ਬੰਦੇ ਦਾ ਗੁੱਟ ਵੱਢ ਦਿਓ ਤੇ ਇੱਕ ਬੰਦੇ ਦੇ ਨਾਲ ਉਹਦੀ ਲੱਤ ਵੀ ਵੱਢ ਦਿਓ ਤੇ ਉਹਨੂੰ ਮਾਰ ਦਿੱਤਾ ਜਾਏ ਲਟਕਾ ਕੇ। ਅੱਜ ਦੇ ਦੌਰ 'ਚ ਮਾਨਵੀ ਦੌਰ ਦੇ ਵਿੱਚ ਕੀ ਇਹਦੇ ਨਾਲ ਸਿੱਖੀ ਦੀ ਸ਼ਾਨ ਉੱਚੀ ਹੁੰਦੀ ਹੈ? ਉਸ ਵੀਡੀਓ ਦੇ ਵਿੱਚ ਗੁੱਟ ਕੱਟਦੇ ਵੀ ਆ, ਲੱਤ ਕੱਟਦੇ ਵੀ, ਤਾਂ ਉਹਦੇ 'ਚ ਉਹ ਵੀਡੀਓ ਕਿੱਥੇ ਹੈ ਜਿੱਥੇ ਉਹ ਬੇਅਦਬੀ ਕਰ ਰਿਹਾ? ਤੇ ਜੇ ਤੁਸੀਂ ਸਗੋਂ ਖੁਲਾਸਾ ਹੀ ਕਰਾਉਣਾ ਹੈ ਤਾਂ ਉਹ ਬੰਦੇ ਨੂੰ ਜਿੰਦਾ ਰਹਿ ਕੇ ਸਾਜ਼ਿਸ਼ ਜ਼ਿਆਦਾ ਸਾਹਮਣੇ ਆ ਸਕਦੀ ਹੈ ਜਾਂ ਬੰਦੇ ਨੂੰ ਮਾਰ ਕੇ। ਬਾਬਾ ਅਮਨ ਇਹ ਇਕੱਲਾ ਕਿਉਂ ਉਹਨਾਂ ਨੇ ਲੱਭਿਆ ਕਿ ਜੀ ਤੂੰ ਆ ਸਾਡੇ ਨਾਲ ਗੱਲ ਕਰਨ ਲਈ? ਇਹ ਉਸ ਸਮੇਂ ਜੁਲਾਈ ਦੀ ਫੋਟੋ ਹੈ ਜਦੋਂ ਜਨਵਰੀ ਤੋਂ ਬਾਅਦ ਕਿਸਾਨਾਂ ਨਾਲ ਗੱਲ ਨਹੀਂ ਹੋ ਰਹੀ। ਉਹਨੂੰ ਮੈਂਡੇਟ ਕਿਹਨੇ ਦਿੱਤਾ ਕਿ ਤੂੰ ਕਿਸਾਨ ਅੰਦੋਲਨ ਦੀ ਤਰਫ ਜਾ? ਤੁਸੀਂ ਉਦੋਂ ਬਾਅਦ ਚ ਬੋਲ ਰਹੇ ਹੋ ਅੱਜ ਆ ਕੇ ਜਦੋਂ ਗੱਲ ਸਾਹਮਣੇ ਆ ਗਈ ਕਿ ਮੈਂ ਤਾਂ ਇਹਦਾ ਮਤਲਬ ਦਾਲ ਚ ਕੁਝ ਕਾਲਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ। 2015 ਤੋਂ ਲੈ ਕੇ 6 ਸਾਲ ਤੁਸੀਂ ਇਸ ਲੜਾਈ ਚ ਕਿਵੇਂ ਲਗਾ? ਨਿਹੰਗ ਸਿੰਘਾਂ ਦੇ ਇਹਨਾਂ ਹੀ ਬੰਦਿਆਂ ਨੇ ਕਿੱਡਾ ਮੋਰਚਾ ਲਾਇਆ, ਕੀ ਕੀਤਾ ਉਹਦੇ ਤੇ, ਕਿੰਨੇ ਲੋਕਾਂ ਨੂੰ ਮੋਬਿਲਾਈਜ਼ ਕੀਤਾ? ਇਹ ਸਵਾਲ ਤਾਂ ਉੱਠਣਾ ਚਾਹੀਦਾ। ਅੱਜ ਹੀ ਕਿਉਂ ਉੱਠ ਰਿਹਾ? ਇਹ ਜਿਹੜਾ ਬੜਾ ਵੱਡਾ ਹਥਿਆਰ ਤੁਸੀਂ ਜਿਹਨੂੰ ਦੇਤਾ ਤਾਂ ਇਹ ਸ਼ੱਕ ਹੋਣਾ ਸੁਭਾਵਿਕ ਹੈ ਕਿ ਕੀ ਉਹਦੇ ਪਿੱਛੇ ਕੋਈ ਲਿਖੀ ਗਈ ਸਕ੍ਰਿਪਟ ਤਾਂ ਨਹੀਂ ਹੈ। ਇਹ ਅੰਦੋਲਨ ਚੱਲਦੇ ਦੌਰਾਨ ਹਿੰਸਾ ਜੇਕਰ ਆਈ ਹੈ ਕਿਧਰੋਂ ਵੀ, ਉਹ ਸੱਤਾ ਵਾਲੇ ਪਾਸਿਓਂ ਆਈ, ਕਿਸਾਨੀ ਦੇ ਪਾਸਿਓਂ ਆਈ। ਲਖੀਮਪੁਰ ਤੇ ਅੱਜ ਤੱਕ ਪ੍ਰਧਾਨ ਮੰਤਰੀ ਤੇ ਦੇਸ਼ ਦਾ ਹੋਮ ਮਿਨਿਸਟਰ ਨੇ ਜ਼ੁਬਾਨ ਨਹੀਂ ਖੋਲ੍ਹੀ। ਟੀਵੀ ਪੰਜਾਬ ਤੁਸੀਂ ਵੇਖ ਰਹੇ ਹੋ, ਮੈਂ ਹਾਂ ਗਗਨਦੀਪ ਸਿੰਘ। ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਵੱਖੋ-ਵੱਖ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਔਰ ਮੰਗ ਇਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਲਗਭਗ 10 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਔਰ ਅਜੇ ਤੱਕ ਇੱਕ ਇਹੀ ਸੁਨੇਹਾ ਜਾ ਰਿਹਾ ਸੀ ਕਿ ਇਹ ਅੰਦੋਲਨ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ। ਪਰ ਪਿਛਲੇ ਕੁਝ ਦਿਨ ਪਹਿਲਾਂ ਜੋ ਸਿੰਘੂ ਬਾਰਡਰ ਦੇ ਉੱਤੇ ਘਟਨਾ ਵਾਪਰਦੀ ਹੈ ਉਸਨੇ ਕਈ ਸਵਾਲ ਖੜੇ ਕਰ ਦਿੱਤੇ। ਹਾਲਾਂਕਿ ਉਹਨਾਂ ਸਵਾਲਾਂ ਦੇ ਜਵਾਬ ਜਿਵੇਂ ਦਿੱਤੇ ਜਾ ਰਹੇ ਸੀ, ਜੋ ਪਰਸੈਪਸ਼ਨ ਅਜੇ ਬਣਦੀ ਹੋਈ ਨਜ਼ਰ ਆ ਰਹੀ ਸੀ, ਉਸ ਸਭ ਦੇ ਵਿਚਕਾਰ ਇੱਕ ਅੱਜ ਜੋ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਉਸਨੇ ਆਪਣੇ ਆਪ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਕਿਉਂਕਿ ਜੋ ਸਿੰਘੂ ਬਾਰਡਰ ਦੇ ਉੱਤੇ ਘਟਨਾ ਵਾਪਰੀ, ਲਖਬੀਰ ਸਿੰਘ ਉਹਨਾਂ ਦਾ ਉੱਥੇ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਲਜ਼ਾਮ ਲੱਗਦੇ ਨੇ ਬੇਅਦਬੀ ਦੇ ਕਿ ਉਸ ਵਿਅਕਤੀ ਦੇ ਵੱਲੋਂ ਆ ਕੇ ਉੱਥੇ ਬੇਅਦਬੀ ਕੀਤੀ ਜਾ ਰਹੀ ਸੀ, ਤਾਂ ਹੀ ਨਿਹੰਗ ਸਿੰਘਾਂ ਦੇ ਵੱਲੋਂ ਉਸ ਦਾ ਸੌਦਾ ਲਾ ਦਿੱਤਾ। ਨਿਹੰਗ ਸਿੰਘ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਨੇ। ਉੱਥੇ ਬਾਬਾ ਅਮਨ ਸਿੰਘ ਜੋ ਮੌਜੂਦ ਹੁੰਦੇ ਨੇ ਉਹ ਕਹਿੰਦੇ ਨੇ ਕਿ ਇਹ ਵਿਅਕਤੀ ਉੱਥੇ ਆ ਕੇ ਬੇਅਦਬੀ ਕਰ ਰਿਹਾ ਸੀ ਔਰ 4 ਨਿਹੰਗਾਂ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ। ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਵੱਖੋ-ਵੱਖ ਨੈਰੇਟਿਵ ਜਿਹੜਾ ਹੈ ਉਹ ਲੋਕਾਂ ਦਾ ਵੇਖਣ ਨੂੰ ਮਿਲ ਰਿਹਾ ਸੀ। ਕੁਝ ਲੋਕ ਇਸ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਸੀ ਤੇ ਕੁਝ ਲੋਕ ਇਸ ਦੇ ਖਿਲਾਫ ਬੋਲਦੇ ਹੋਏ ਵੀ ਨਜ਼ਰ ਆ ਰਹੇ ਸੀ। ਪਰ ਅੱਜ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਬਾਬਾ ਅਮਨ ਸਿੰਘ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਉਹਨਾਂ ਤੋਂ ਸਰੋਪਾ ਪਵਾ ਰਹੇ ਨੇ ਔਰ ਉਸ ਤਸਵੀਰ ਦੇ ਵਿੱਚ ਹੋਰ ਵੀ ਕਈ ਸ਼ਖਸ ਅਜਿਹੇ ਖੜੇ ਹੋਏ ਸੀ ਜਿਹੜੇ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਨੇ। ਪਿੰਕੀ ਕੈਟ ਖਾਸ ਤੌਰ ਦੇ ਉੱਤੇ ਉਸ ਤਸਵੀਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਦੇ ਉੱਤੇ ਹੁਣ ਨਿਹੰਗ ਸਿੰਘ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਕਹਿ ਲਓ ਕਿ ਜਿਵੇਂ ਵੱਖ-ਵੱਖ ਮੀਡੀਆ ਹਾਊਸਿਸ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਜਿਵੇਂ ਦੇ ਜਵਾਬ ਦਿੱਤੇ ਜਾ ਰਹੇ ਨੇ, ਜੋ ਗੱਲਾਂ ਕਹੀਆਂ ਜਾ ਰਹੀਆਂ ਨੇ, ਇਸ ਸਭ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਣੀ ਮੌਜੂਦ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਸ ਅੰਦੋਲਨ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ। ਹਰ ਚੀਜ਼ ਨੂੰ ਚੰਗੀ ਤਰੀਕੇ ਨਾਲ ਜਾਣਦੇ ਨੇ, ਸਮਝਦੇ ਨੇ ਔਰ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੋ ਕੀ ਰਿਹਾ ਹੈ, ਇਹ ਚੀਜ਼ਾਂ ਕਿੱਧਰਲੇ ਪਾਸੇ ਨੂੰ ਜਾਂਦੀਆਂ ਨਜ਼ਰ ਆ ਰਹੀਆਂ ਨੇ। ਸਰ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਟੀਵੀ ਪੰਜਾਬ। ਸਰ, ਕੀ ਹੋ ਰਿਹਾ ਹੈ, ਕੀ ਸਮਝੀਏ, ਲੋਕ ਕੀ ਸਮਝਣ, ਇਹ ਅੰਦੋਲਨ ਕਿੱਧਰਲੇ ਪਾਸੇ ਨੂੰ ਜਾ ਰਿਹਾ ਹੈ, ਇਹ ਤਸਵੀਰਾਂ ਕੀ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ? ਅਸਲ ਦੇ ਵਿੱਚ ਅੰਦੋਲਨ ਤਾਂ ਸ਼ੁਰੂ ਤੋਂ ਹੀ ਜੇਕਰ ਆਪਾਂ ਦੇਖੀਏ ਜਦੋਂ ਸ਼ੁਰੂ ਹੋਇਆ ਲਗਭਗ ਇਸ 26 ਤਰੀਕ ਨੂੰ 11 ਮਹੀਨੇ ਹੋ ਜਾਣੇ ਨੇ ਦਿੱਲੀ ਦੇ ਵਿੱਚ ਤੇ 1 ਸਾਲ ਤੋਂ ਵੱਧ ਇੱਥੇ ਹੋ ਗਿਆ। ਇਹਦੀਆਂ 2-3 ਖਾਸੀਅਤਾਂ ਸੀ ਮੋਟੀਆਂ। ਇੱਕ ਤਾਂ ਇਹ ਕਿਸੇ ਜਾਤ, ਕਿਸੇ ਧਰਮ, ਕਿਸੇ ਖਿੱਤੇ ਤੱਕ ਸੀਮਿਤ ਨਹੀਂ ਸੀ। ਮਤਲਬ ਇਹ ਅੰਦੋਲਨ ਓਵਰਆਲ ਅੰਦੋਲਨ, ਲੋਕਾਂ ਦਾ ਅੰਦੋਲਨ, ਜਿਵੇਂ ਕਿਸਾਨੀ ਦਾ ਅੰਦੋਲਨ ਬਣ ਗਿਆ। ਦੂਜਾ ਇਹ ਅੰਦੋਲਨ ਸੀ, ਇਹਦੀ ਤਾਸੀਰ ਪੂਰੀ ਤਰ੍ਹਾਂ ਸ਼ਾਂਤਮਈ ਸੀ ਕਿ ਆਪਾਂ ਅੰਦੋਲਨ ਦੇ ਆਗੂ ਅੱਜ ਵੀ ਕਹਿ ਰਹੇ ਨੇ, ਪਹਿਲਾਂ ਵੀ ਕਹਿ ਰਹੇ ਨੇ ਔਰ ਰਿਹਾ ਵੀ ਹੈ। ਲੱਖਾਂ ਲੋਕ ਸੀ ਕਿ ਅਸੀਂ ਸ਼ਾਂਤਮਈ ਰਹਿਣਾ ਹੈ। ਇਹ ਬਹੁਤ ਬੜਾ ਇੱਕ ਕੁਐਸਚਨ ਸੀਗਾ ਤੇ ਇਸ ਗੱਲ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਇੱਕ ਬਿਰਤਾਂਤ ਅਲੱਗ ਟਾਈਪ ਦਾ ਵੀ ਸਿਰਜਿਆ ਜਾਂਦਾ ਰਿਹਾ।
ਜਿਹਨੇ ਟਰਾਈ ਕੀਤੀ ਕਿ ਅੰਦੋਲਨ ਦੇ ਵਿੱਚ ਕਿਵੇਂ ਫੁੱਟ ਪਵੇ। ਪਹਿਲਾਂ ਗਵਰਨਮੈਂਟ ਨੇ ਕੀਤੀ ਜੀ ਗਵਰਨਮੈਂਟ ਨੇ ਕਦੇ ਇਹਨੂੰ ਖਾਲਿਸਤਾਨੀ ਕਿਹਾ, ਕਦੇ ਮਾਓਵਾਦੀ ਕਿਹਾ, ਕਦੇ ਚੀਨ ਤੇ ਪਾਕਿਸਤਾਨ ਸਪਾਂਸਰ ਕਿਹਾ, ਅਲੱਗ-ਅਲੱਗ ਟਾਈਪ ਦਾ। ਜਦੋਂ ਸਰਕਾਰ ਸਫਲ ਨਹੀਂ ਹੋਈ ਕੋਈ ਫੁੱਟ ਪਾਉਣ ਦੇ ਵਿੱਚ, ਫਿਰ ਕੁਝ ਐਸੀਆਂ ਧਿਰਾਂ ਨੇ ਵੀ ਟਰਾਈ ਕੀਤੀ, ਕਦੇ ਕਾਮਰੇਡ ਬਨਾਮ ਪੰਥਕ, ਕਦੇ ਨੌਜਵਾਨ ਬਨਾਮ ਬੁੱਢੀ ਲੀਡਰਸ਼ਿਪ, ਅਲੱਗ-ਅਲੱਗ ਟਾਈਪ ਦੀ ਗੱਲ ਕੀਤੀ ਔਰ ਅੰਦੋਲਨ ਆਪਣੀ ਚਾਲ ਚੱਲਦਾ ਗਿਆ। ਉਹਦੇ 'ਚ ਵੀ ਇਹ ਕਾਮਯਾਬੀ ਨਹੀਂ ਹੋਈ ਔਰ ਇਹ ਅੰਦੋਲਨ ਚੱਲਦੇ ਦੌਰਾਨ ਹਿੰਸਾ ਜੇਕਰ ਆਈ ਹੈ ਕਿਧਰੋਂ ਵੀ, ਉਹ ਸੱਤਾ ਵਾਲੇ ਪਾਸਿਓਂ ਆਈ ਹੈ, ਕਿਸਾਨੀ ਦੇ ਪਾਸਿਓਂ ਨਹੀਂ ਆਈ। ਇਨ ਦੀ ਮੇਨ ਟਾਈਮ ਇੱਕ ਬੜੀ ਵੱਡੀ ਘਟਨਾ ਇਹ ਵਾਪਰਦੀ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਜਿਹੜਾ ਉਹਦੇ ਆਪਣੇ ਨਾਮ ਜਿਹੜੀ ਗੱਡੀ ਹੈ, ਉਹ ਇੱਕ ਕਿਸਾਨਾਂ ਨੂੰ ਰੌਂਦ ਦਿੰਦੀ ਹੈ, ਦਰੜ ਦਿੰਦੀ ਹੈ, ਇੱਕ ਪੱਤਰਕਾਰ ਵੀ ਮਾਰਿਆ ਜਾਂਦਾ ਹੈ, ਉਸ ਤੋਂ ਬਾਅਦ 3 ਬੀਜੇਪੀ ਦੇ ਕਾਰਕੁਨ ਵੀ ਮਾਰੇ ਜਾਂਦੇ ਨੇ। ਉਹਦਾ ਇੱਕ ਬਹੁਤ ਬੜਾ ਪ੍ਰੈਸ਼ਰ ਗਵਰਨਮੈਂਟ ਤੇ ਹੈ। ਪ੍ਰੈਸ਼ਰ ਕੀ ਹੈ? ਜਿਹਦੇ ਤੇ 18 ਨੂੰ ਰੇਲ ਰੋਕੋ ਵੀ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਕਿ ਗ੍ਰਹਿ ਮੰਤਰੀ ਨੂੰ ਬਰਖਾਸਤ ਕਰਕੇ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਬਿਲਕੁਲ। ਇਹ ਸਾਰੀਆਂ ਘਟਨਾਵਾਂ ਨੂੰ ਜੇਕਰ ਪੂਰੀ ਤਰ੍ਹਾਂ ਦੇਖਦੇ ਹਾਂ ਤਾਂ ਉਹਦੇ ਨਾਲ ਜੁੜ ਕੇ ਇੱਕ ਗੱਲ ਆਉਂਦੀ ਹੈ ਫਿਰ ਜਿਹੜੀ ਸਿੰਘੂ ਬਾਰਡਰ ਦੇ ਉੱਤੇ ਇੱਕ ਬੇਅਦਬੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ। ਹੁਣ ਬੇਅਦਬੀ ਦੇ ਮਾਮਲੇ ਤੇ ਅਲੱਗ-ਅਲੱਗ ਵਰਤਾਂਤ ਫੇਰ ਨੇ। ਇੱਕ ਉਹ ਧਿਰ ਕਹਿ ਰਹੀ ਹੈ ਕਿ ਜੀ ਤਾਂ ਸਾਡੇ ਤਾਂ ਟ੍ਰੈਡੀਸ਼ਨ ਇਹ ਹੈ, ਬੇਅਦਬੀ ਝੱਲੀ ਨਹੀਂ ਜਾ ਸਕਦੀ, ਐਵੇਂ ਹੀ ਕਰਨਾ ਪਏਗਾ, ਫੈਸਲੇ ਲੈਣੇ ਪੈਣਗੇ। ਪਰ ਕੁਝ ਦੂਜੇ ਪਾਸਿਓਂ ਵੀ ਸਵਾਲ ਖੜੇ ਹੁੰਦੇ ਨੇ ਲਾਜ਼ਮੀ। ਇੱਕ ਤਾਂ ਇਹ ਹੈ ਕਿ ਸਿੱਖ ਧਰਮ ਜਿਹੜਾ ਇੱਕ ਇੰਨਾ ਮਾਡਰਨ ਧਰਮ ਹੈ ਸਭ ਤੋਂ ਜ਼ਿਆਦਾ, ਜਿਹਦੇ 'ਚ ਇਨਸਾਨੀਅਤ, ਮਾਨਵਤਾ, ਸਰਬੱਤ ਦੇ ਭਲੇ ਦਾ ਸਵਾਲ, ਇਹ ਸਭ ਤੋਂ ਨਾ ਕੇਵਲ ਕਹੇ ਜਾਂਦੇ ਨੇ ਪਰ ਕਿ ਅਮਲ 'ਚ ਵੀ ਦੇਖੇ ਗਏ ਨੇ। ਸਿੰਘੂ ਬਾਰਡਰ ਦੇ ਅੰਦੋਲਨ ਤੇ ਜੇਕਰ ਸਭ ਤੋਂ ਜ਼ਿਆਦਾ ਕੋਈ ਗੱਲ ਚੱਲੀ ਹੈ ਤਾਂ ਉਹ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦੀ ਚੱਲੀ ਹੈ, ਲੰਗਰ ਦੀ ਚੱਲੀ ਹੈ, ਸੰਗਤ ਦੀ ਚੱਲੀ ਹੈ, ਪੰਗਤ ਦੀ ਚੱਲੀ ਹੈ, ਉਸੇ ਫਲਸਫੇ ਦੀ ਹੋਈ ਹੈ ਜਿਹੜੇ ਆਲੇ ਦੁਆਲੇ ਤੇ। ਹੁਣ ਕੀ ਇਹ ਕਹਿ ਕੇ ਕਿ ਇੱਕ ਬੰਦੇ ਦਾ ਗੁੱਟ ਵੱਢ ਦਿਓ ਤੇ ਇੱਕ ਬੰਦੇ ਦੇ ਨਾਲ ਉਹਦੀ ਲੱਤ ਵੀ ਵੱਢ ਦਿਓ ਤੇ ਉਹਨੂੰ ਮਾਰ ਦਿੱਤਾ ਜਾਏ ਲਟਕਾ ਕੇ, ਅੱਜ ਦੇ ਦੌਰ 'ਚ ਮਾਨਵੀ ਦੌਰ ਦੇ ਵਿੱਚ ਕੀ ਇਹਦੇ ਨਾਲ ਸਿੱਖੀ ਦੀ ਸ਼ਾਨ ਉੱਚੀ ਹੁੰਦੀ ਹੈ? ਬਿਲਕੁਲ। ਜਾਂ ਸਿੱਖ ਇਨਸਾਨੀਅਤ ਦੇ ਤੌਰ ਤੇ ਜਿਹੜਾ ਇੱਕ ਸਿੱਖਾਂ ਦੀ ਕਦਰ, ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖਾਂ ਦੀ ਬਣੀ ਇਸ ਅੰਦੋਲਨ ਦੇ ਦੌਰਾਨ, ਪੱਗ ਦੀ ਕਦਰ ਬਣੀ, ਉਹਦੇ ਨਾਲ ਉਹਦੇ ਵਿੱਚ ਵਾਧਾ ਹੋਇਆ ਜਾਂ ਉਹਦੇ 'ਚ ਕਮੀ ਆਈ ਹੈ? ਤੇ ਅਗਲੀ ਗੱਲ ਇੱਕ ਸਵਾਲ ਇਹ ਵੀ ਹੈ ਕਿ ਕੀ ਜਿਵੇਂ ਵੀਡੀਓ ਬਣੀ ਹੈ, ਇਹ ਸਵਾਲ ਲੋਕ ਉਠਾਉਂਦੇ ਨੇ ਕਿ ਵੀਡੀਓ ਬਣੀ ਹੈ ਉੱਥੇ ਤੇ ਉਸ ਵੀਡੀਓ ਦੇ ਵਿੱਚ ਗੁੱਟ ਕੱਟਦੇ ਵੀ ਹੈ, ਲੱਤ ਕੱਟਦੇ ਵੀ ਹੈ, ਤਾਂ ਉਹਦੇ 'ਚ ਉਹ ਵੀਡੀਓ ਕਿੱਥੇ ਹੈ ਜਿੱਥੇ ਉਹ ਬੇਅਦਬੀ ਕਰ ਰਿਹਾ? ਇਹ ਡਿਮਾਂਡ ਕੀਤੀ ਜਾ ਰਹੀ ਹੈ ਔਰ ਇਹਦੇ 'ਚ ਇਹ ਵੀ ਇੱਕ ਗੱਲ ਆਉਂਦੀ ਹੈ। ਤੇ ਅਗਲੀ ਗੱਲ ਇਹ ਵੀ ਆਉਂਦੀ ਹੈ ਕਿ ਜਦੋਂ ਉਹਦੀ ਭੈਣ ਦਾ ਇੱਕ ਵਰਤਾਂਤ ਆਉਂਦਾ ਹੈ ਕਿ ਸੰਧੂ ਨਾਂ ਦਾ ਵਿਅਕਤੀ ਫੋਨ ਕਰ ਰਿਹਾ ਸੀ, ਫਲਾਨਾ ਸੀ, ਉਹ ਕੌਣ ਹੈ, ਕੀ ਤਰੀਕਾ ਹੈ, ਮਤਲਬ ਇਹ ਵੀ ਅਜੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ। ਤੇ ਅਗਲੀ ਗੱਲ ਇਹ ਹੈ ਕਿ ਜੇ ਤੁਸੀਂ ਸਗੋਂ ਖੁਲਾਸਾ ਹੀ ਕਰਾਉਣਾ ਹੈ ਤਾਂ ਉਹ ਬੰਦੇ ਨੂੰ ਜਿੰਦਾ ਰਹਿ ਕੇ ਸਾਜ਼ਿਸ਼ ਜ਼ਿਆਦਾ ਸਾਹਮਣੇ ਆ ਸਕਦੀ ਹੈ ਜਾਂ ਬੰਦੇ ਨੂੰ ਮਾਰ ਕੇ ਸਾਜ਼ਿਸ਼ ਸਾਹਮਣੇ ਆ ਸਕਦੀ ਹੈ। ਤੇ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਹੈ ਕਿ ਉਹ ਆਪ ਹੀ ਮੰਨਦੇ ਨੇ, ਪਹਿਲਾਂ ਦਸਮ ਗ੍ਰੰਥ ਕਹਿੰਦੇ ਸੀ, ਹੁਣ ਸਰਬ ਲੋਕ ਕਹਿਣ ਲੱਗ ਗਏ ਤੇ ਹੁਣ ਬਾਕੀ ਦੀਆਂ ਗੱਲਾਂ ਨੇ। ਤੇ ਇਹ ਸਿੱਖੀ 'ਚ ਹੀ ਡਿਬੇਟ ਹੈ ਕਿ ਕੀ ਹਰ ਪੋਥੀ ਨੂੰ ਤੇ ਹਰ ਗ੍ਰੰਥ ਨੂੰ ਤੁਸੀਂ ਮੰਨਤਾ, ਜਦ ਕਿ ਸਿੱਖੀ 'ਚ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਗੱਲ ਹੈ। ਅਗਲਾ ਵੱਡਾ ਸਵਾਲ ਜਿਹੜਾ ਸਭ ਤੋਂ ਸਾਹਮਣੇ ਆਉਂਦਾ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2015 ਤੋਂ ਬਾਅਦ ਕੋਈ ਕਹਿੰਦਾ 400 ਵਾਰ ਹੋ ਗਈ, ਕੋਈ ਕਹਿੰਦਾ 125 ਵਾਰ ਹੋ ਗਈ, ਅਲੱਗ-ਅਲੱਗ ਤਰੀਕੇ ਦੀ ਹੋ ਗਈ। ਬਿਲਕੁਲ ਜੀ। ਜਿਹੜਾ ਸਭ ਤੋਂ ਘਿਨਾਉਣਾ ਜੁਰਮ ਹੈ ਸਾਡੇ ਸਾਹਮਣੇ ਦੇਖਿਆ ਜਾ ਸਕਦਾ, ਖਾਸ ਤੌਰ ਤੇ ਕੋਟਕਪੂਰੇ ਤੇ ਬਰਗਾੜੀ ਤੋਂ ਬਾਅਦ ਐਡਾ ਵੱਡਾ ਸਦਮਾ ਸੀਗਾ ਲੋਕਾਂ ਨੂੰ ਔਰ ਲੋਕ ਬਾਹਰ ਸੀ। ਲੰਮੇ ਸਮੇਂ ਤੱਕ ਦੇਸ਼ ਸੂਬੇ ਦੇ ਹੁਕਮਰਾਨ ਲੋਕਾਂ 'ਚ ਨਹੀਂ ਜਾ ਸਕੇ ਕਿਉਂਕਿ ਐਡਾ ਵੱਡਾ ਲੋਕਾਂ ਦਾ ਰੋਹ ਸੀ, ਗੁੱਸਾ ਸੀ, ਜਜ਼ਬਾ ਸੀ। ਤਾਂ ਉਹ ਜਜ਼ਬਾ ਕਿਵੇਂ ਖਿੰਡ ਗਿਆ ਤੇ ਉਹ ਜਜ਼ਬੇ ਤੋਂ ਕਿਉਂ ਸਰਕਾਰ ਤੇ ਸਟੇਟ ਤੇ ਵੀ ਪ੍ਰੈਸ਼ਰ ਨਹੀਂ ਪਾ ਪਾਏ ਜਾਂ ਬਾਕੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਪਾਏ? ਉਹ ਇੱਕੋ ਜਦੋਂ ਚੱਬੇ ਸਰਬੱਤ ਖਾਲਸਾ ਹੁੰਦਾ ਤੇ ਉਹ ਸਰਬੱਤ ਖਾਲਸਾ ਗੁਰੂ ਸਾਹਿਬ ਦੀ ਬੇਅਦਬੀ ਤੋਂ ਥਿੜਕ ਕੇ ਮੁਤਪਾਜੀ ਜਥੇਦਾਰ ਬਣਾਉਣ ਤੇ, ਵੱਖ-ਵੱਖ ਟਾਈਪ ਦੀ ਪੋਲਿਟਿਕਸ ਕਰਨ ਤੇ ਉੱਥੋਂ ਹੀ ਲੋਕ ਨਿਰਾਸ਼ ਵਾਪਸ ਪਰਤੇ। ਤਾਂ ਉਹ ਐਡਾ ਵੱਡਾ ਜਿਹੜਾ ਲੋਕਾਂ ਦਾ ਇੱਕ ਰੌਂ ਸੀ, ਜਜ਼ਬਾਤ ਸੀ, ਉਹਦੇ 'ਚੋਂ ਆਗੂ ਕਿਉਂ ਨਹੀਂ ਪੈਦਾ ਹੋਏ? ਨਵੀਂ ਲੀਡਰਸ਼ਿਪ ਸਿੱਖੀ ਦੀ ਜਿਹੜੀ ਕਿਰਦਾਰ ਦੀ ਦੇ ਐਂਗਲ ਤੋਂ ਆਉਂਦੀ ਜਾਂ ਬਾਕੀ ਆਉਂਦੀ ਤਾਂ ਹੋਣੀ ਚਾਹੀਦੀ ਸੀ ਕੋਈ। ਇਸ ਕਰਕੇ ਇਹ ਵੱਡੇ ਸਵਾਲ ਨੇ, ਬਲਕਿ ਸਿੱਖੀ ਲਈ ਅੰਦਰ ਆਪ ਦੇ ਅੰਦਰ ਝਾਤ ਮਾਰਨ ਦੇ। ਤੁਹਾਡੇ ਕੋਲ ਕਿਹੜਾ ਧਾਰਮਿਕ ਖੇਤਰ 'ਚ ਰੋਲ ਮਾਡਲ ਹੈ, ਕਿਹੜਾ ਸਿਆਸੀ ਖੇਤਰ 'ਚ ਰੋਲ ਮਾਡਲ ਹੈ, ਕਿਹੜਾ ਬਾਕੀ ਕਿਤੇ ਹੋਰ ਜਿਹੜੇ ਖਿੱਤਿਆਂ 'ਚ ਰੋਲ ਮਾਡਲ ਜਿਹੜੇ ਸਿੱਖ ਫਿਲਾਸਫੀ ਮੁਤਾਬਕ ਕਿਰਦਾਰ ਦੀ ਗੱਲ ਕਰਦੇ, ਇੰਟਰੋਸਪੈਕਸ਼ਨ ਕਰਨ ਦੀ ਉਹ ਗੱਲ ਸੀ, ਉਹ ਨਹੀਂ ਹੋਈ ਉਸ ਪੱਧਰ ਤੇ। ਇਨ ਦੀ ਮੀਨ ਟਾਈਮ ਅਜੇ ਇਹ ਗੱਲ ਚੱਲ ਹੀ ਰਹੀ ਹੈ ਕਿ ਇੱਕ ਦੂਜੇ ਨੂੰ ਹੁਣ ਦੁਬਾਰਾ ਨਵਾਂ ਵਰਤਾਂਤ ਸਿਰਜਿਆ ਜਾ ਰਿਹਾ, ਇਹਨੂੰ ਕਾਮਰੇਡ ਵਰਸਜ ਉਹ ਬਣਾਉਣ ਦਾ
ਮਤਲਬ ਪੰਥਕ ਦੁਬਾਰਾ ਫੇਰ ਜੀ। ਜਿਹੜਾ ਪਹਿਲਾਂ ਚੱਲਿਆ ਸੀ ਉਹਨੂੰ ਮੋੜ ਕੇ 26 ਜਨਵਰੀ ਨੂੰ ਜੋ ਹੋਇਆ ਸੀ ਮੋਰਚੇ ਦੇ ਵਿੱਚ ਉਹ ਸਭ ਨੇ ਦੇਖਿਆ। ਰਾਈਟ। ਇੱਕ ਵਾਰ ਜਿਹੜੇ ਲੋਕਾਂ ਦੀਆਂ ਉਮੀਦਾਂ ਲੱਗੀਆਂ ਸੀ ਦੇਸ਼ ਵਿਦੇਸ਼ 'ਚ ਉਹ ਨਿਰਾਸ਼ ਹੋ ਗਏ ਸੀ। ਇਹ ਤਾਂ 28 ਤਰੀਕ ਨੂੰ ਜੇ ਉਹ ਰਾਕੇਸ਼ ਟਕੈਤ ਵਾਲਾ ਹੰਝੂ ਵਾਲਾ ਨਾਮ ਵਾਪਰਦਾ ਤਾਂ ਸ਼ਾਇਦ ਉਦੋਂ ਹੀ ਮੋਰਚੇ ਨੂੰ ਬਹੁਤ ਜ਼ਿਆਦਾ ਕਮਜ਼ੋਰ ਉਸ ਲੈਵਲ ਦੀ ਗੱਲ ਹੋ ਗਈ ਸੀ। ਹੁਣ ਇੱਕ ਜਿਹੜੀ ਇਹ ਫੋਟੋ ਦੀ ਤੁਸੀਂ ਗੱਲ ਕੀਤੀ ਹੈ, ਇਨ ਦੀ ਮੀਨ ਟਾਈਮ ਇੱਕ ਫੋਟੋ ਆ ਗਈ ਹੈ। ਫੋਟੋ ਕੀ ਹੈ? ਇਹ ਠੀਕ ਹੈ ਗੱਲ ਇੱਕ ਵਰਤਾਂ ਤੇ ਵੀ ਇਕੱਲੀ ਫੋਟੋ ਤੋਂ ਤੁਸੀਂ ਨਹੀਂ ਜੀ ਤੈਅ ਕਰ ਸਕਦੇ ਗੱਲ ਕਿ ਜੀ ਤੁਸੀਂ ਬੰਦੇ ਨੇ ਫੋਟੋ ਖਿਚਾਈ। ਫੋਟੋ ਕਿਹੜੇ ਸਮੇਂ 'ਚ ਖਿਚਾਈ, ਕਿਸ ਮਕਸਦ ਸੀ, ਕੀ ਮਕਸਦ ਸੀ ਉਹਦੇ ਪਿੱਛੇ, ਕੀ ਉਹਨੂੰ ਕਿਸੇ ਨੇ ਮਤਲਬ ਮੈਂਡੇਟ ਦਿੱਤਾ ਸੀ ਕਿ ਤੁਸੀਂ ਇਹ ਜਾ ਕੇ ਗੱਲ ਕਰੋ, ਤੇ ਕਿਹੋ ਜਿਹੇ ਬੰਦਿਆਂ ਨਾਲ ਖਿਚਾਈ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਕੋਈ ਕਹਿੰਦਾ ਨਾ ਵੀ ਸਮਾਗਮਾਂ 'ਚ ਜਾ ਕੇ, ਇਹ ਕੋਈ ਸੋਸ਼ਲ ਸਮਾਗਮਾਂ 'ਚ ਜਾ ਕੇ ਫੋਟੋ ਨਹੀਂ ਹੈ। ਇਹ ਉਸ ਸਮੇਂ ਜੁਲਾਈ ਦੀ ਫੋਟੋ ਹੈ ਜਦੋਂ ਜਨਵਰੀ ਤੋਂ ਬਾਅਦ ਕਿਸਾਨਾਂ ਨਾਲ ਗੱਲ ਨਹੀਂ ਹੋ ਰਹੀ, ਡੈਡਲੌਕ ਬਣਿਆ ਹੋਇਆ ਹੈ। ਤੇ ਡੈਡਲੌਕ ਦੇ ਵਿੱਚ ਇੱਕ ਬੰਦਾ ਜਾਂਦਾ ਹੈ ਜਿਹੜਾ ਨਿਹੰਗਾਂ ਦੇ ਇੱਕ ਗਰੁੱਪ ਦਾ ਆਪਣੇ ਆਪ ਨੂੰ ਮੁਖੀ ਕਹਾਉਂਦਾ ਅਮਨ ਸਿੰਘ, ਤੇ ਉਹ ਬੰਦਾ ਕਿਹਦੇ ਨਾਲ ਜਾਂਦਾ ਹੈ? ਉਹ ਪੰਜਾਬ ਦੇ ਬੀਜੇਪੀ ਦਾ ਇੱਕ ਆਗੂ ਸੁਖਮਿੰਦਰ ਗਰੇਵਾਲ ਤੇ ਇੱਕ ਜਿਹੜਾ ਨੋਨ ਹੈ, ਜਿਹੜਾ ਕਨਵਿਕਟਡ ਹੈ, ਜਿਹੜਾ ਸਜ਼ਾ ਜਾਫਤਾ ਮਤਲਬ ਪਹਿਲਾਂ ਮਿਲੀਟੈਂਟ ਹੁੰਦਾ, ਫਿਰ ਕੈਟ ਬਣਦਾ, ਕੈਟ ਤੋਂ ਬਾਅਦ ਉਹ ਪੁਲਿਸ ਇੰਸਪੈਕਟਰ ਬਣਦਾ ਤੇ ਸਾਰੀਆਂ ਚੀਜ਼ਾਂ ਉਹ ਆਪ ਦੱਸਦਾ ਕਿ ਮੈਨੂੰ ਇੰਨੇ ਪਤਾ ਜਦੋਂ ਕਿੰਨੀਆਂ ਟੀਵੀ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਵੀ ਇੰਨੇ ਜ਼ਿਆਦਾ ਮੁਕਾਬਲੇ ਝੂਠੇ ਕੀਤੇ ਜਾਂ ਬੰਦੇ ਮਾਰੇ ਜੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ। ਉਹ ਕੇਵਲ ਉੱਥੇ ਬੈਠਦਾ, ਉੱਥੇ ਹੀ ਨਹੀਂ ਬੈਠਦਾ, ਨਾਲ ਲੰਚ ਵੀ ਕਰਦੇ ਨੇ। ਮਤਲਬ ਐਂ ਛੇਤੀ ਕੀਤੇ ਆ ਬੰਦਾ ਨਹੀਂ ਨਾ ਲੰਚ ਵੀ ਤੁਸੀਂ ਕਿਸੇ ਕੰਮ ਲਈ ਆਏ ਹੋ ਤੇ ਕੀ ਕਰਦੇ ਹੋ, ਫਿਰ ਸਰੋਪਾ ਦਿੱਤਾ ਜਾਂਦਾ ਉਸ ਮਾਮਲੇ 'ਚ। ਤੇ ਹੁਣ ਜੇ ਕੋਈ ਇਹ ਕਹਿ ਰਿਹਾ ਕਿ ਜੀ ਹਰ ਇੱਕ ਨੂੰ ਹੱਕ ਹੈ ਇਸ ਮੋਰਚੇ ਦੇ ਵਿੱਚ, ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਗੱਲ ਕਰ ਸਕਦੇ ਹੋ, ਜੇ ਉਧਰੋਂ ਨਿਬੜਦਾ ਤਾਂ ਕੀ ਹਰਜ ਹੈ? ਕਿਉਂਕਿ ਭਾਜਪਾ ਹੀ ਕਹਿ ਰਹੀ, ਕਹਿੰਦੇ ਖੇਤੀਬਾੜੀ ਮੰਤਰੀ ਨੇ ਕਿਹਾ ਹੋਇਆ ਕਿ 24 ਘੰਟੇ ਦਰਵਾਜ਼ੇ ਖੁੱਲ੍ਹੇ ਨੇ, ਸਾਡੇ ਨਾਲ ਕੋਈ ਮਰਜ਼ੀ ਆ ਕੇ ਗੱਲ ਕਰ ਸਕਦਾ। ਕਹਿੰਦੇ ਉਵੇਂ ਹੀ ਉਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਹੈਗੀ ਹੈ। ਨਹੀਂ, ਮੈਂ ਤਾਂ ਨਹੀਂ ਦੇਖਿਆ ਕਿ ਖੇਤੀਬਾੜੀ ਮੰਤਰੀ ਕਿੰਨਿਆਂ ਲਈ ਲੰਚ ਪਰੋਸਦਾ ਉੱਥੇ ਜਿਹੜੇ ਉਹਨੂੰ ਮਿਲਣ ਜਾਂਦੇ ਨੇ, ਤੇ ਕਿੰਨਿਆਂ ਨੂੰ ਸਰੋਪੇ ਦਿੰਦਾ ਜਿਹੜੇ ਉਹਨੂੰ ਮਿਲਣ ਜਾਂਦੇ ਨੇ। ਤੇ ਲੋਕ ਖੇਤੀਬਾੜੀ ਮੰਤਰੀ ਨੂੰ ਗਰਾਊਂਡ 'ਚ ਮਿਲਣਾ ਚਾਹੁੰਦੇ ਨੇ ਤੇ ਲੋਕ ਉਹਦਾ ਵਿਰੋਧ ਕਰਦੇ ਨੇ ਤੇ ਉਹ ਮਿਲਦੇ ਖੜ ਕੇ ਗੱਲ ਕਰਨ ਲਈ ਤਿਆਰ ਨਹੀਂ ਹੈ। ਤੇ ਪ੍ਰਧਾਨ ਮੰਤਰੀ ਕਹਿੰਦਾ ਮੈਂ ਇੱਕ ਕਾਲ ਦੂਰ ਹਾਂ ਟੈਲੀਫੋਨ ਦੀ, ਤੇ ਉਹਦੀ ਕਾਲ ਹੀ ਪਤਾ ਨਹੀਂ ਲੱਗਦੀ ਕਿੱਥੇ ਹੈ। ਇਹ ਸਾਰਾ ਬਿਨਾਂ ਮਤਲਬ ਦਾ ਵਰਤਾਂਤ ਤਾਂ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਕਿ ਜਿਹਨੂੰ ਮਰਜ਼ੀ ਮਿਲ ਲਓ, ਜਿਹਨੂੰ ਮਰਜ਼ੀ ਨਹੀਂ। ਜਿਹੜਾ ਬੰਦਾ ਇਹ ਕਹਿੰਦਾ ਮੈਂ 24 ਘੰਟੇ ਵਿਹਲਾ ਤੁਹਾਡੇ ਲਈ ਤਿਆਰ ਹਾਂ, ਇਹਦਾ ਮਤਲਬ ਕਿਸੇ ਲਈ ਕੋਈ ਵਿਹਲਾ ਨਹੀਂ, ਕਿਸੇ ਨੂੰ ਕੋਈ ਮਿਲਣ ਲਈ ਤਿਆਰ ਨਹੀਂ। ਹਾਂ, ਜੇ ਬੰਦਾ ਟਾਈਮ ਤੇ ਕਹਿੰਦਾ ਆਹ ਟਾਈਮਿੰਗ ਹੈ, ਮੇਰੇ ਕੋਲ ਆਓ, ਮੈਂ ਇਸ ਮੁੱਦੇ ਤੇ ਗੱਲ ਕਰਨ ਲਈ ਤਿਆਰ ਹਾਂ, ਮੈਂ ਤੁਹਾਨੂੰ ਸੱਦਾ ਦਿੰਦਾ, ਤੇ ਫਿਰ ਕੋਈ ਜਾਊਗਾ। ਪਰ ਨਾਲ ਦੀ ਨਾਲ ਇਹ ਗੱਲ ਹੈ ਜਿਹੜੀ ਇਹ ਕਿਹਾ ਜਾ ਰਿਹਾ ਕਿ ਉਹ ਜਾ ਰਿਹਾ, ਉਹਨੂੰ ਮੈਂਡੇਟ ਕਿਹਨੇ ਦਿੱਤਾ ਕਿ ਤੂੰ ਕਿਸਾਨ ਅੰਦੋਲਨ ਦੀ ਤਰਫ ਤੋਂ ਜਾ। ਇਸੇ ਦੌਰਾਨ ਕੱਲਾ ਉਹ ਨਹੀਂ, ਇੱਕ ਹੋਰ ਬਾਬੇ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਗੱਲ ਹੋਈ ਸੀ, ਪਰ ਉਹਨਾਂ ਦੀ ਤਸਵੀਰ ਨਾਲ ਦੀ ਨਾਲ ਉਹਨਾਂ ਦੀ ਤਸਵੀਰ ਨਾਲ ਦੀ ਨਾਲ ਆ ਗਈ। ਜੋ ਬਾਬੇ ਲੱਖਾ ਸਿੰਘ ਦਾ ਹਾਲ ਕੀਤਾ ਲੋਕਾਂ ਨੇ ਉਦੋਂ ਜੀ, ਉਹ ਤਾਂ ਇੱਕ ਦਿਨ 'ਚ ਹੀ ਵਿਚਾਰਾ ਪਿੱਛੇ ਹਟ ਗਿਆ ਨਾ ਵੀ ਗਲਤੀ ਹੋ ਗਈ, ਉੱਥੇ ਚਲਾ ਗਿਆ, ਹੱਥ ਜੋੜਤੇ ਸੀ। ਇਹ ਛੁਪਾਈ ਗਈ ਤਸਵੀਰ। ਤਾਂ ਇਹਦੇ ਤੇ ਉਹੀ ਰੁਖ ਕਿਉਂ ਨਹੀਂ ਜਿਹੜਾ ਬਾਬਾ ਲੱਖਾ ਸਿੰਘ ਤੇ ਸੀ? ਜੀ, ਲੱਖਾ ਸਿੰਘ ਨੂੰ ਵੀ ਇਹੀ ਕਿਹਾ ਜਾ ਰਿਹਾ ਸੀ ਨਾ ਕਿ ਤੁਸੀਂ ਇਹ ਡੇਰੇਦਾਰ ਨੇ ਜੀ। ਪੰਜਾਬ ਦੇ ਵਿੱਚ ਇੱਕ ਇਹ ਵੀ ਗੱਲ ਚੱਲਦੀ ਹੈ ਕਿ ਡੇਰੇਦਾਰਾਂ ਨੇ ਸਿੱਖੀ ਖਰਾਬ ਕੀਤੀ ਹੈ, ਡੇਰੇਦਾਰ ਹੁਣ ਆਹ ਨਿਭਾ ਰਹੇ ਨੇ, ਹੁਣ ਆਹ ਨਿਭਾ ਰਹੇ ਨੇ। ਉਹੀ ਬੰਦੇ ਹੁਣ ਇਹ ਕਿਉਂ ਬਾਰ-ਬਾਰ ਇਹ ਦਲੀਲ ਦੇ ਰਹੇ ਨੇ ਕਿ ਜੇ ਚਲਿਆ ਗਿਆ ਤਾਂ ਕੋਈ ਗੱਲ ਨਹੀਂ, ਇੱਕ ਬੰਦੇ ਤੇ ਹੋਰ ਪੈਮਾਨਾ, ਦੂਜੇ ਬੰਦੇ ਤੇ ਹੋਰ ਪੈਮਾਨਾ ਨਹੀਂ ਨਾ ਲੱਗ ਸਕਦਾ। ਜਿਹੜੀ ਗਵਰਨਮੈਂਟ ਇਹ ਗੱਲ ਕਰਨ ਲਈ ਤਿਆਰ ਨਹੀਂ, ਫਿਰ ਉਹ ਕਹਿੰਦੇ ਨੇ ਮਿਲਣ ਤਾਂ ਕਿਸਾਨ ਲੀਡਰ ਵੀ ਜਾਂਦੇ ਨੇ। ਕਿਸਾਨ ਲੀਡਰ ਜਾਂਦੇ ਨੇ, ਉਹ ਮੋਰਚੇ ਦੇ ਲੀਡਰ ਨੇ, ਉਹਨਾਂ ਨੂੰ ਜਾਣਾ ਪਊਗਾ, ਔਰ ਉਹ ਜਨਤਕ ਹੈ ਤੇ ਜਾਣਾ ਹੀ ਚਾਹੀਦਾ। ਜਦੋਂ ਉਹ ਬੁਲਾਉਣਗੇ ਤਾਂ ਉੱਥੇ ਜਾ ਕੇ ਆਰਗੂਮੈਂਟ ਕਰਦੇ ਨੇ ਆਪਣੇ, ਕੋਈ ਕਿਸੇ ਨੂੰ ਥੋੜੀ ਰੋਕ ਰਿਹਾ ਉਸ ਮਾਮਲੇ ਦੇ ਵਿੱਚ। ਅਗਲੀ ਗੱਲ ਇਹ ਹੈ ਕਿ ਜਿਹੜੀ ਲਿਹਾਜ਼ ਹੈ ਇਹਨਾਂ ਦੀ ਕਿਵੇਂ ਪਈ ਹੋਈ ਹੈ, ਬਾਬਾ ਅਮਨ ਸਿੰਘ ਦੀ ਤੇ ਪਿੰਕੀ ਦੀ। ਉਹ ਲਿਹਾਜ਼ ਇਹ ਕਹਿੰਦਾ ਵੀ ਪਟਿਆਲੇ ਜੇਲ੍ਹ 'ਚ ਪਈ ਹੈ ਸਾਡੀ, ਮੈਂ ਵੀ 302 ਸੀ, ਉਹ ਵੀ 302 ਸੀ। ਕੋਈ ਐਂ ਲਿਹਾਜ਼ ਥੋੜੀ ਵੀ ਤੁਸੀਂ ਗੁਆਂਢ 'ਚ ਰਹਿੰਦੇ ਸੀ ਜਾਂ ਇੱਕ ਦੂਜੇ ਨੂੰ ਜਾਣਦੇ ਹੋ ਜਾਂ ਇਹੋ ਜਿਹਾ। ਇਹ ਚੀਜ਼ਾਂ ਵੀ ਤਾਂ ਦੇਖਣ ਵਾਲੀਆਂ ਹੁੰਦੀਆਂ ਨੇ। ਤੇ ਤੁਸੀਂ ਕਿਸ ਲੈਵਲ ਦੇ ਬੰਦਿਆਂ ਨਾਲ, ਪਹਿਲੀ ਗੱਲ ਪਿੰਕੀ ਦਾ ਬੀਜੇਪੀ ਦੀ ਹਾਈ ਕਮਾਂਡ ਤੱਕ ਅਪਰੋਚ ਹੋਣੀ, ਜਿਹਨੇ ਪੰਜਾਬ ਦੇ ਵਿੱਚੋਂ ਘਾਣ ਉਸ ਲੈਵਲ ਤੇ ਕੀਤਾ ਹੈ। ਔਰ ਕੀ ਸਿੱਖ ਜਥੇਬੰਦੀਆਂ ਜਾਂ ਬਾਕੀ ਲੋਕ ਉਹਨੂੰ ਪ੍ਰਵਾਨ ਕਰਦੇ ਨੇ ਹੁਣ ਵੀ ਸਿੱਖ ਉਹ ਸਾਡਾ ਨੈਗੋਸ਼ੀਏਟਰ ਹੋ ਸਕਦਾ, ਉਹ ਗੱਲਬਾਤ ਕਰ ਲੈ ਜੀ, ਕੋਈ ਹਰਜ ਨਹੀਂ, ਪਿੰਕੀ ਵੀ ਕਰ ਲੈ ਤੇ ਬਾਬਾ ਚਲਾ ਜਾਏ। ਬਾਬਾ ਅਮਨ ਸਿੰਘ ਕਹਿੰਦੇ ਸਾਡੇ ਕੋਲ ਤਾਂ ਚੋਰ ਨੇ ਵੀ ਆਉਣਾ ਹੈ, ਸਾਧ ਨੇ ਵੀ ਆਉਣਾ ਹੈ, ਠੱਗ ਨੇ ਵੀ ਆਉਣਾ ਹੈ, ਭਲੇ ਮਾਨਸ ਨੇ ਵੀ ਆਉਣਾ। ਕਹਿੰਦੇ ਅਸੀਂ ਇਸ ਚੀਜ਼ ਨੂੰ ਪਾਸੇ ਨਹੀਂ ਕਰ ਸਕਦੇ ਕਿ ਸਾਡੇ ਕੋਲ ਨਾ ਕੋਈ ਆਵੇ। ਨਹੀਂ, ਰੌਲਾ ਇਹ ਹੈ ਕਿ ਜੇ ਕੋਈ ਬੰਦਾ ਕਹਿੰਦਾ ਮੇਰੇ ਕੋਲ ਚੋਰ ਨੇ ਵੀ ਆਉਣਾ, ਠੱਗ ਨੇ ਵੀ ਆਉਣਾ ਹੈ, ਤਾਂ ਜੇ ਤਾਂ ਤੇਰੇ 'ਚ ਇਹ ਕਾਬਲੀਅਤ ਤਾਂ ਗੁਰੂ ਨਾਨਕ ਸਾਹਿਬ ਠੱਗਾਂ ਨੂੰ ਵੀ ਮਿਲੇ, ਪਰ ਠੱਗ ਨੂੰ ਵੀ ਸੱਜਣ ਬਣਾਤਾ ਹੈ ਤੇ ਉਹਨੂੰ ਵੀ ਉਧਰ ਲਿਆਏ। ਜੇ ਗੁਰੂ ਗੋਬਿੰਦ ਸਿੰਘ ਮਿਲੇ ਨੇ ਉਹਨੂੰ, ਜੇ ਠੱਗ ਨੇ ਠੱਗ ਹੀ ਰਹਿਣਾ, ਚੋਰ ਨੇ ਚੋਰ ਹੀ ਰਹਿਣਾ, ਤੁਸੀਂ ਰਲ ਕੇ ਚੋਰੀ 'ਚ ਸ਼ਾਮਲ ਹੋ ਜਾਓ।
ਮਤਲਬ ਚੋਰੀ ਦੀ ਫੋਟੋ ਜਿਹੜੇ ਜਾਂ ਤਾਂ ਤੁਸੀਂ ਜੇ ਦਿਆਨਤਦਾਰ ਹੋ ਜੀ। ਉਸੇ ਦਿਨ ਆ ਕੇ ਕਹੋ ਮਿਲੋ ਕਿ ਮੈਂ ਮਿਲਣ ਗਿਆ ਸੀ, ਜਾਂ ਕਿਸਾਨ ਆਗੂਆਂ ਨੂੰ ਦੱਸੋ ਜਾਂ ਕਿਸੇ ਨੂੰ ਦੱਸੋ ਕਿ ਮਿਲਣ ਗਿਆ ਸੀ, ਮੈਂ ਉੱਥੇ ਆਹ ਗੱਲ ਕੀਤੀ, ਇਹ ਨੇੜੇ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਕਿੰਨੀ ਕੁ ਗੱਲ ਹੋਈ ਹੈ। ਤੁਸੀਂ ਤਾਂ ਅੱਜ ਤੱਕ ਬੋਲੇ ਹੀ ਨਹੀਂ ਨਾ, ਤੁਸੀਂ ਉਦੋਂ ਬਾਅਦ ਚ ਬੋਲ ਰਹੇ ਹੋ ਅੱਜ ਆ ਕੇ ਜਦੋਂ ਗੱਲ ਸਾਹਮਣੇ ਆ ਗਈ ਕਿ ਮੈਂ ਤਾਂ ਇਹਦਾ ਮਤਲਬ ਦਾਲ 'ਚ ਕੁਝ ਕਾਲਾ ਹੈ। ਜੇ ਤੁਸੀਂ ਸਾਫ਼ ਦੇ ਲਓ ਉਸੇ ਤਰੀਕੇ ਦੇ, ਤੁਸੀਂ ਕਹੋ ਅਸੀਂ ਆਹ ਬੰਦੇ ਗਏ, ਮੈਂ ਟਰਾਈ ਕਰ ਰਿਹਾ, ਇਹ ਅੰਦੋਲਨ ਕਿਸੇ ਨਾ ਕਿਸੇ ਤਰੀਕੇ ਲੱਗੇ ਤੇ ਮੈਂ ਆ ਕੇ ਉਹਨਾਂ ਨਾਲ ਗੱਲ ਤੁਹਾਨੂੰ ਦੱਸਤੀ ਹੈ, ਉਹਦੇ ਨਾਲ ਹੁਣ ਤੱਕ ਆਹ ਹੋਈ ਆ, ਉਹ ਆ ਮੰਨਦੇ ਨੇ, ਆ ਨਹੀਂ ਹੈ। ਤੁਸੀਂ ਤਾਂ ਇਹ ਜਿਹਾ ਕੁਝ ਨਹੀਂ ਕੀਤਾ। ਹਾਲਾਂਕਿ ਬੈਠੇ ਸਿੰਘੂ ਬਾਰਡਰ ਦੇ ਉੱਤੇ ਨੇ, ਪਰ ਬਾਬਾ ਅਮਨ ਸਿੰਘ ਇਹ ਗੱਲ ਕਹਿੰਦੇ ਨੇ, ਕਹਿੰਦੇ ਲੜਾਈ ਤਾਂ ਪਹਿਲਾਂ ਧਰਮ ਦੀ ਹੈ, ਕਿਸਾਨੀ ਬਾਅਦ ਦੇ ਵਿੱਚ ਹੈਗੀ ਹੈ, ਤੇ ਇਸ ਨੂੰ ਕਿਵੇਂ ਫਿਰ ਸਮਝਿਆ ਜਾਵੇ? ਨਹੀਂ, ਧਰਮ ਦੀ ਲੜਾਈ ਹੈ ਤਾਂ ਧਾਰਮਿਕ ਆਗੂ ਆਪਣੇ ਪੱਧਰ ਤੇ ਲੜ ਸਕਦੇ ਨੇ। ਇਹ ਮਤਲਬ ਡੈਮੋਕ੍ਰੈਟਿਕ ਦੇਸ਼ ਹੈ, ਲੋਕਤੰਤਰ ਦੇਸ਼ ਹੈ। ਕਿਸਾਨ ਅੰਦੋਲਨ ਬਾਰ-ਬਾਰ ਇਹ ਕਹਿ ਚੁੱਕੇ ਹੈ ਕਿ ਇਹ ਕੇਵਲ ਇਹ ਪਹਿਲਾਂ ਤਾਂ 3 ਕਾਨੂੰਨਾਂ ਦੀ ਵਾਪਸੀ ਤੇ MSP ਤੇ ਕਾਨੂੰਨ ਦੀ ਗਾਰੰਟੀ ਲੈਣਾ ਖਰੀਦ ਦੀ, ਤੇ ਇੱਥੇ ਤੱਕ ਹੈ। ਇਹ ਠੀਕ ਹੈ ਕਿ ਅੰਦੋਲਨ ਦਾ ਦਾਇਰਾ ਉਨਾ ਨਹੀਂ ਰਿਹਾ, ਅੰਦੋਲਨ ਹੋਰ ਬਹੁਤ ਕੁਝ ਕਹਿ ਰਿਹਾ ਉਹਦੇ ਨਾਲ ਦੀ ਨਾਲ, ਪਰ ਸਵਾਲ ਕੇਵਲ ਇਹ ਹੈ ਕਿ ਜੇ ਕੋਈ ਉੱਥੋਂ ਕਹਿੰਦਾ ਮੈਂ ਖਾਲਿਸਤਾਨ ਕੱਢਣਾ ਹੈ, ਦੂਜਾ ਕਹਿੰਦਾ ਮੈਂ ਇਨਕਲਾਬ ਕੱਢਣਾ ਹੈ, ਤੀਜਾ ਕਹਿੰਦਾ ਮੈਂ ਕੋਈ ਧਰਮ ਦੀ ਲੜਾਈ ਕੱਢਣੀ ਹੈ, ਤਾਂ ਇਹ ਅੰਦੋਲਨ ਦਾ ਮੰਚ ਉਹਦੇ ਲਈ ਨਹੀਂ ਨਾ। ਉਹ ਆਪਣਾ ਮੰਚ ਤੇ ਲੜਾਈ ਲੜਨ, ਜੋ ਮਰਜ਼ੀ ਕਰਨ, ਜਦੋਜਹਿਦ ਕਰਨ। ਧਰਮ ਜੋ ਤਾਂ ਮੋਰਚਾ ਵੀ ਲੱਗਿਆ ਹੀ ਸੀ ਪਹਿਲਾਂ ਜੀ, ਤੇ ਮੋਰਚਾ ਲੱਗਿਆ, ਅਕਾਲੀ ਦਲ ਨੇ ਲਾਇਆ, ਤੇ ਅਕਾਲੀ ਦਲ ਨੇ ਲਾਇਆ, ਉਹ 'ਚ ਗ੍ਰਿਫਤਾਰੀਆਂ ਦਿੱਤੀਆਂ, ਜੋ ਵੀ ਉਹਦੇ 'ਚ ਹੋਇਆ ਉਹਦਾ ਜ਼ਿੰਮੇਵਾਰ ਅਕਾਲੀ ਦਲ ਸੀ। ਤਾਂ ਉਹਦੀ ਜ਼ਿੰਮੇਵਾਰੀ ਕਿਸਾਨ ਮੋਰਚੇ ਤੇ ਨਾ ਸੁੱਟੋ। ਜੇ ਤੁਹਾਨੂੰ ਕੋਈ ਲੱਗਦਾ ਲੜਾਈ ਧਰਮ ਦੀ ਹੈ ਤਾਂ ਲੜਾਈ ਧਰਮ ਦੀ ਦੇ ਲਈ ਧਾਰਮਿਕ ਮੰਚ ਤੋਂ ਆਪਣੀ ਅਗਵਾਈ 'ਚ ਲੜੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਲੋਕ ਤੁਹਾਡੇ ਨਾਲ ਜਾਣਗੇ ਤਾਂ ਠੀਕ ਹੈ। ਹੁਣ ਜਿਵੇਂ ਧਰਮ ਦੀ ਲੜਾਈ ਦੀ ਮੈਂ ਗੱਲ ਕਰਦਾ, ਜੇ 2015 ਤੋਂ ਇੱਕ ਧਰਮ ਦੀ ਲੜਾਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ। 2015 ਤੋਂ ਲੈ ਕੇ 6 ਸਾਲ ਤੁਸੀਂ ਇਸ ਲੜਾਈ 'ਚ ਕਿਵੇਂ ਲਗਾਤੇ? ਕੀ ਕੀਤਾ ਤੁਸੀਂ? ਨਿਹੰਗ ਸਿੰਘਾਂ ਦੇ ਇਹਨਾਂ ਹੀ ਬੰਦਿਆਂ ਨੇ ਕਿੱਡਾ ਮੋਰਚਾ ਲਾਇਆ, ਕੀ ਕੀਤਾ ਉਹਦੇ ਤੇ, ਕਿੰਨੇ ਲੋਕਾਂ ਨੂੰ ਮੋਬਿਲਾਈਜ਼ ਕੀਤਾ? ਇਹ ਸਵਾਲ ਤਾਂ ਉੱਠਣਾ ਚਾਹੀਦਾ। ਅੱਜ ਹੀ ਕਿਉਂ ਉੱਠ ਰਿਹਾ ਫਿਰ? ਤੇ ਇਦੋਂ ਬਾਅਦ ਇਹ ਵੀ ਹੈ ਕਿ ਉਦੋਂ ਬਾਅਦ ਜਿਹੜਾ ਦਾਦੂਵਾਲ ਜਾਂ ਬਾਕੀਆਂ ਨੇ ਮੋਰਚੇ ਲਾਏ ਵੀ, ਧਿਆਨ ਸਿੰਘ ਮੰਡ ਨੇ, ਤੇ ਉਹ ਕਿਵੇਂ ਉੱਠ ਖੜੇ ਆ ਵਿੱਚੋਂ ਹੀ ਜਦੋਂ ਲੋਕਾਂ ਦਾ ਉੱਥੇ ਮਾਹੌਲ ਬਣ ਰਿਹਾ ਸੀ? ਇਹ ਵੀ ਸਵਾਲ ਉੱਠ ਰਹੇ ਨੇ ਵੀ ਤੁਸੀਂ ਫਿਰ ਕਿਵੇਂ ਉੱਠ ਗਏ ਜੀ, ਕੀ ਸਮਝੌਤਾ ਕਰਕੇ ਉੱਠ ਗਏ? ਤੁਹਾਡੇ ਤੇ ਹੈ। ਇਹ ਸਾਰੀਆਂ ਗੱਲਾਂ ਕਿਤੇ ਪੋਲੀਟੀਕਲ ਜਿਹੜਾ ਇੱਕ ਸਾਈਡ ਹੁੰਦੀ ਹੈ, ਔਰ ਇਹ ਲੱਗਦਾ ਕਿ ਇਹਦੇ ਤੋਂ ਜਦੋਂ ਵੀ ਕੋਈ ਪੁਲਿਸ ਇਨਕੁਆਇਰੀ ਕਰਦੀ ਹੈ, ਉਹ ਕਹਿੰਦੀ ਹੈ ਵੀ ਕਿਹੜੇ ਕਾਂਡ ਤੋਂ, ਉਹਦੇ ਪਿੱਛੇ ਮੋਟਿਵ ਕੀ ਹੈ, ਕਿਹਨੂੰ ਕਿਹਦਾ ਫਾਇਦਾ ਹੋਣਾ ਹੈ। ਜੇ ਹੁਣ ਫਾਇਦੇ ਦੀ ਗੱਲ ਦੇਖੀਏ ਇਸ ਟੋਟਲ ਕਾਂਡ ਜੀ, ਫਾਇਦਾ ਇਹ ਹੈ ਕਿ ਸਿੱਧਾ ਹੀ ਗਵਰਨਮੈਂਟ ਆਫ ਇੰਡੀਆ ਨੂੰ ਹੋ ਰਿਹਾ, ਸਿੱਧਾ ਹੀ BJP ਨੂੰ ਹੋ ਰਿਹਾ। ਲਖੀਮਪੁਰ ਵਾਲੀ ਬਰਤਾਂਤ ਉੱਡ ਕੇ ਸੰਘੂ ਆ ਗਈ ਹੈ ਨਾ ਕਿਤੇ ਵੀ, ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਇੱਕ ਦਬਾਅ ਬਣਿਆ ਹੋਇਆ ਸੀ, ਉਹ ਆਪਸੀ ਫੁੱਟ 'ਚ ਆ ਗਿਆ ਪੰਜਾਬ ਦੇ ਜਿਹੜੇ ਕਿਸਾਨ ਅੰਦੋਲਨ 'ਚ। ਜਿਹੜੀ ਕੇਂਦਰ ਸਰਕਾਰ ਦੇ ਕੋਲ ਕੁਝ ਬੋਲਣ ਦੇ ਵਾਸਤੇ ਨਹੀਂ ਸੀਗਾ, ਸਵਾਲ ਖੜਾ ਕਰਨ ਵਾਸਤੇ ਨਹੀਂ ਸੀਗਾ, ਉਹਨਾਂ ਨੂੰ ਮੌਕਾ ਮਿਲ ਗਿਆ। ਉਹਨਾਂ ਨੂੰ ਇਹ ਮੌਕਾ ਮਿਲ ਗਿਆ ਕਿ ਇਸ ਤਰੀਕੇ ਦਾ ਹੁਣ ਕੇਂਦਰ ਇਹ ਚਾਹੂਗੀ ਕਿ ਇੱਕ ਲੜਾਈ ਪਵੇ। ਜਿਵੇਂ ਨਿਹੰਗਾਂ ਨੇ ਤਾਂ ਰੱਖ ਲਿਆ ਵੀ 27 ਤਰੀਕ ਨੂੰ ਅਸੀਂ ਸੰਗਤ ਤੋਂ ਪੁੱਛਾਂਗੇ ਅਸੀਂ ਆਈਏ ਜਾਂ ਨਹੀਂ। ਕਿਸਾਨ ਆਪਣੇ ਪੱਖ ਵੀ ਦੋਨੋਂ ਆਪਸ 'ਚ ਲੜ ਮਰਨ ਜਾਂ ਤਾਂ ਅਲੱਗ-ਅਲੱਗ ਤਰੀਕੇ ਦੇ ਨਾਲ। ਔਰ ਇਸ ਕਰਕੇ ਇਹ ਜਿਹੜਾ ਬੜਾ ਵੱਡਾ ਹਥਿਆਰ ਤੁਸੀਂ ਜਿਹਨੂੰ ਦੇਤਾ, ਤਾਂ ਇਹ ਸ਼ੱਕ ਹੋਣਾ ਸੁਭਾਵਿਕ ਹੈ ਕਿ ਕੀ ਉਹਦੇ ਪਿੱਛੇ ਕੋਈ ਲਿਖੀ ਗਈ ਸਕ੍ਰਿਪਟ ਤਾਂ ਨਹੀਂ ਹੈ ਜਿਹਦੇ ਤੇ ਐਕਟ ਪਲੇ ਹੋ ਰਹੇ ਨੇ ਜਾਂ ਬਾਕੀ ਦੀਆਂ ਚੀਜ਼ਾਂ ਪਲੇ ਹੋ ਰਹੀਆਂ ਨੇ ਕਿਸੇ ਨਾ ਕਿਸੇ ਰੂਪ। ਬਿਲਕੁਲ, ਜਿਸ ਤਰੀਕੇ ਨਾਲ, ਕਿਉਂਕਿ ਆਪਾਂ ਟਾਈਮਿੰਗ ਦੀ ਗੱਲ ਕਰੀਏ, ਲੜੀ ਬਾਈ ਲੜੀ ਦੀ ਚੀਜ਼ਾਂ ਦੀ ਉਹ ਗੱਲ ਕਰੀਏ ਆਪਾਂ, ਜਿਵੇਂ ਉਸ ਵਿਅਕਤੀ ਦੇ ਜਿਵੇਂ ਘਰ ਦੇ ਵੀ ਕਹਿੰਦੇ ਹੈਗੇ ਨੇ ਕਿ ਕਦੀ ਅੰਮ੍ਰਿਤਸਰ ਤੱਕ ਨਹੀਂ ਗਿਆ, 50 ਰੁਪਏ ਦੇ ਕੋਲ ਹੁੰਦੇ ਸੀਗੇ, ਉਹ ਸਿੰਘੂ ਕਿਵੇਂ ਪਹੁੰਚ ਜਾਂਦਾ ਹੈਗਾ, ਔਰ ਉਹ ਬੰਦੇ ਨੂੰ ਫਿਰ ਬਾਣਾ ਤੁਸੀਂ ਕਿਵੇਂ ਦੇ ਦਿੱਤਾ ਨਿਹੰਗਾਂ ਵਾਲਾ, ਉਹਨੇ ਕਸ਼ਹਿਰਾ ਕਿਵੇਂ ਪਾਇਆ ਹੋਇਆ ਸੀ? ਆਪ ਕਹਿ ਰਹੇ ਨੇ 2-3 ਦਿਨਾਂ ਤੋਂ ਉੱਥੇ ਹੀ ਰਹਿ ਰਿਹਾ ਸੀਗਾ। ਹਾਲਾਂਕਿ ਜੇ ਹੋਇਆ ਸੀਗਾ ਤਾਂ ਪਹਿਲਾਂ ਪੁੱਛਣਾ ਚਾਹੀਦਾ ਸੀ ਕਿ ਭੇਜਿਆ ਕਿੰਨੇ ਨੇ, ਉਹ ਚੀਜ਼ ਜਿਹੜੀ ਸੀਗੀ ਉਹ ਕਲੀਅਰ ਕਰਨੀ ਚਾਹੀਦੀ ਸੀ। ਔਰ ਹੁਣ ਜਿਸ ਤਰੀਕੇ ਦੇ ਨਾਲ ਫੋਟੋਆਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ, ਔਰ ਉਸ ਦੀ ਟਾਈਮਿੰਗ ਦੇ ਉੱਤੇ ਵੀ ਸਵਾਲ ਖੜਾ ਹੋ ਰਿਹਾ, ਕਿਉਂਕਿ ਜੇ ਜੁਲਾਈ ਦੀ ਮੀਟਿੰਗ ਹੋਈ ਹੈ ਤਾਂ ਇਹ ਫੋਟੋਆਂ ਸਰ ਪਹਿਲਾਂ ਵੀ ਵਾਇਰਲ ਹੋ ਸਕਦੀਆਂ ਸੀਗੀਆਂ। ਇਸ ਨੂੰ ਹੁਣੇ ਹੀ ਵਾਇਰਲ ਕਰਨ ਦਾ ਮਕਸਦ ਫਿਰ ਕੀ ਹੋਇਆ? ਨਾ, ਮੈਨੂੰ ਇਹੀ ਜਿਹੜੀ ਪਹਿਲਾਂ ਮੈਂ ਗੱਲ ਕੀਤੀ ਕਿ ਬਾਬਾ ਲੱਖਾ ਸਿੰਘ ਆਇਆ, ਉਹਦੀ ਉਦੋਂ ਵਾਇਰਲ ਹੋ ਗਈ। ਚਲੋ ਅਗਲੇ ਨੇ ਠੀਕ ਹੈ ਜੀ, ਜੋ ਉਹਨੇ ਰਿਐਕਟ ਕੀਤਾ, ਜੋ ਜਵਾਬ ਦਿੱਤਾ, ਨਿਬੜ ਗਿਆ ਕੰਮ ਇੱਕ ਵਾਰ ਆ ਕੇ। ਤੁਸੀਂ ਤਾਂ ਹੋ ਸਕਦਾ ਇਹ ਫੋਟੋ ਤਾਂ ਜੁਲਾਈ ਦੀ ਆਈ ਹੈ ਨਾ, ਕਿਸੇ ਨੂੰ ਕੀ ਪਤਾ ਕਿ ਹੋਰ ਮੀਟਿੰਗਾਂ ਨਹੀਂ ਹੋਈਆਂ। ਬਿਲਕੁਲ, ਅਜੇ ਤਾਂ ਕਿਸੇ ਨੇ ਕੋਈ ਦੇਣਦਾਰ ਫੋਨ ਤੇ ਗੱਲਾਂ, ਫੋਨ ਦਾ ਤਾਂ ਪਤਾ ਹੀ ਨਹੀਂ ਬਿਨਾਂ ਫੋਨ ਵੀ ਮੈਂ ਕਹਿੰਦਾ ਐ ਵੀ ਮੀਟਿੰਗਾਂ ਹੋਈਆਂ ਹੁਣ। ਇਹ ਤਾਂ ਕਿਤੋਂ ਮਿਲ ਗਈਆਂ ਫੋਟੋਆਂ। ਅਜੇ ਬਾਕੀ ਜਿੰਨਾ ਚਿਰ ਨਹੀਂ ਮਿਲਦੀਆਂ, ਜੇ ਦੋਨੇ ਧਿਰਾਂ ਸਹਿਮਤ ਨੇ ਵੀ ਆਪਾਂ ਲੀਕ ਨਹੀਂ ਕਰਨਾ, ਤਾਂ ਉਹ ਕਿੰਨਾ ਚਿਰ ਵੀ ਚੱਲ ਸਕਦੀ ਹੈ, ਤੇ ਉਦੋਂ ਬਾਅਦ ਆਊਗਾ ਇਹਦਾ ਜਵਾਬ ਤਾਂ ਦੇਣਾ ਹੀ ਪਊਗਾ। ਸਾਰੇ ਉਹਨੂੰ ਸਰਕਾਰੀ ਧਿਰ ਨੂੰ ਵੀ ਦੇਣਾ ਪਏਗਾ। ਜਿਹੜੀ BJP ਹੈ ਜਾਂ ਗਵਰਨਮੈਂਟ ਆਫ ਇੰਡੀਆ, ਉਹ ਐ ਨਹੀਂ ਨਾ ਕਹਿ ਸਕਦੇ ਮੈਨੂੰ ਤਾਂ ਕੋਈ ਵੀ ਮਿਲ ਨਾ ਸਕਦਾ, ਮੈਂ ਕਿਹੜਾ ਰਿਕਾਰਡ ਰੱਖਦਾ। ਜਦੋਂ ਵੀ ਕਿਸੇ ਦੇ ਘਰ ਵੱਡੇ ਲੀਡਰ ਦੇ ਜਾਂ ਸੈਕਟਰੀਏਟ ਕੋਈ ਡੈਲੀਗੇਸ਼ਨ ਮਿਲਣ ਜਾਂਦਾ ਤਾਂ ਰਿਕਾਰਡਡ ਹੁੰਦਾ। ਬਿਲਕੁਲ, ਕਿਤੇ ਵੀ ਤੁਸੀਂ ਦੇਖਦੇ ਹੋ ਐ ਜਾ ਕੇ ਨਾ, ਤੇਰਾ ਨਾਂ ਕੀ ਹੈ, ਤੇਰਾ ਪਾਸ ਬਣਦਾ, ਤੇਰਾ ਫਲਾਨਾ ਹੈ, ਧਮਕਾ ਜੋ ਵੀ ਹੈ,
ਔਰ ਉਹ ਰਿਕਾਰਡ ਤਾਂ ਤੁਹਾਡੇ ਕੋਲ ਹੋਊਗਾ, ਐਂ ਤਾਂ ਕਿਤੇ ਨਹੀਂ ਆਇਆ ਵੀ ਮੈਂ ਤਾਂ ਨਹੀਂ ਦੇਖਿਆ ਕਿਤੇ, ਇੱਥੇ ਤਾਂ ਚੰਡੀਗੜ੍ਹ ਨਹੀਂ ਵੜਨ ਦਿੰਦੇ ਬਿਨਾਂ ਤਲਾਸ਼ੀ ਤੋਂ, ਉੱਥੇ ਜਾ ਕੇ ਜਿਹੜੇ ਨੂੰ ਮਰਜ਼ੀ ਲੈ ਜਾਣ ਤੇ ਕੇਂਦਰੀ ਮੰਤਰੀ ਕੋਲ ਮਿਲੇ। ਇੱਕ ਬਹੁਤ ਬੜਾ ਕੁਐਸਚਨ ਹੈ। ਦੂਜਾ ਕੁਐਸਚਨ ਇਹ ਹੀ ਹੈ ਕਿ ਜਿਹੜਾ ਇਹ ਮਤਲਬ ਬਾਬਾ ਅਮਨ ਹੈ, ਇਹ ਇਕੱਲਾ ਕਿਉਂ ਉਹਨਾਂ ਨੇ ਲੱਭਿਆ ਕਿ ਜੀ ਤੂੰ ਆ ਸਾਡੇ ਨਾਲ ਗੱਲ ਕਰਨ ਲਈ? ਹਾਲਾਂਕਿ ਨਿਹੰਗ ਜਥੇਬੰਦੀਆਂ ਦੇ ਵੀ ਮੇਨ ਲੀਡਰ ਨਹੀਂ ਹੈ, ਜਿਹੜੀਆਂ ਮੇਨ ਵੱਡੀਆਂ ਨਿਹੰਗ ਜਥੇਬੰਦੀਆਂ ਨੇ ਉਹ ਉਸ ਲੈਵਲ ਤੇ ਨਹੀਂ। ਅਗਲੀ ਗੱਲ, ਇੱਕ ਕਿਰਦਾਰ ਦਾ ਵੀ ਇੱਕ ਪਿਛੋਕੜ ਵੀ ਹੁੰਦਾ। ਮੈਨੂੰ ਇਹ ਲੱਗਦਾ ਕਿ ਹੋ ਸਕਦਾ ਮੈਂ ਉਹਦੇ 'ਚ ਗਲਤ ਜਾਂ ਠੀਕ ਆ। ਔਰ ਜਦੋਂ ਖਾੜਕੂ ਮੂਵਮੈਂਟ ਚੱਲੀ, ਜਦੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਢਹਿ ਢੇਰੀ ਹੋਇਆ, ਤਾਂ ਸਭ ਤੋਂ ਬੜਾ ਜਿਹੜਾ ਨਿਹੰਗਾਂ ਦਾ ਇੱਕ ਗਰੁੱਪ ਸੀ ਬਾਬਾ ਸੰਤਾ ਸਿੰਘ ਦੀ ਅਗਵਾਈ ਵਾਲਾ, ਤੇ ਕੇਂਦਰ ਸਰਕਾਰ ਨੇ ਉਹਨੂੰ ਵਰਤਿਆ ਅਕਾਲ ਤਖਤ ਬਣਾਉਣ ਦੇ ਲਈ, ਹੈ ਨਾ। ਤੇ ਤੁਸੀਂ ਬਾਕੀ ਦੇ ਸਿੱਖਾਂ ਨੇ, ਜਨਰਲ ਨੇ ਕਿਹਾ ਕਿ ਉਹ ਗਵਰਨਮੈਂਟ ਦਾ ਬਣਾਇਆ ਸੀ, ਢਾਤਾ, ਅਸੀਂ ਆਪਣਾ ਆਪ ਬਣਾਵਾਂਗੇ। ਤਾਂ ਤੁਹਾਡੇ ਤੱਕ ਕਿਸ ਲੈਵਲ ਤੱਕ ਏਜੰਸੀਆਂ ਦੀ ਪੈਨੀਟ੍ਰੇਸ਼ਨ ਹੋ ਸਕਦੀ ਹੈ? ਤੁਸੀਂ ਹਿਸਟਰੀ ਨੂੰ ਵੀ ਐ ਨਹੀਂ ਨਾ ਛੱਡ ਕੇ ਅੱਗੇ ਤੁਰ ਸਕਦੇ, ਉਹਨਾਂ ਚੀਜ਼ਾਂ ਨੂੰ ਵੀ ਥੋੜਾ ਬਹੁਤ ਗੱਲ ਕਰਨ ਦੀ ਲੋੜ ਪੈਂਦੀ ਹੈ। ਇਹ ਸਾਰਾ ਸਵਾਲ ਮੇਰਾ ਖਿਆਲ ਹੈ ਅਜੇ ਹਵਾ 'ਚ ਨੇ, ਤੇ ਇਹਨਾਂ ਤੇ ਇੱਕ ਜਾਂਚ, ਜਿਵੇਂ ਉਹ ਬੰਦਾ ਉੱਥੋਂ ਆ ਕੇ ਅੱਜ ਤੱਕ ਕਿਵੇਂ ਹੋਇਆ, ਜਿਵੇਂ ਇੱਥੇ ਵੀ ਇਹੀ ਕਿਹਾ ਜਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੰਨੀਆਂ ਸਦੀਆਂ 'ਚ ਕਿਸੇ ਨੇ ਬੇਅਦਬੀ ਨਹੀਂ ਕਰਨ ਦੀ ਹਿੰਮਤ ਨਹੀਂ ਕੀਤੀ। ਹੁਣ ਇੱਕੋ ਦਮ 2015 ਤੋਂ ਇੰਨੀਆਂ ਲਗਾਤਾਰ ਕਿਉਂ ਹੋਣੀਆਂ ਸ਼ੁਰੂ ਹੋ ਗਈਆਂ? ਇਹਦੇ ਪਿੱਛੇ ਕਿਹੜਾ ਡਿਜ਼ਾਈਨ ਹੈ? ਉਹ ਡਿਜ਼ਾਈਨ ਲੱਭਣ ਦੇ ਵਾਸਤੇ ਤੁਸੀਂ ਬੰਦਿਆਂ ਨੂੰ ਜਿੰਦਾ ਰੱਖਣਾ ਪਊ, ਤੇ ਵੱਡੀ ਜਿਹੜੀ ਜਾਂਚ ਦੀ ਲੋੜ ਪਊਗੀ। ਕੌਣ ਨੇ ਉਹਦੇ ਪਿੱਛੇ? ਇੱਕ ਲੜਾਈ ਇਹ ਸੀ ਕਿ ਪਹਿਲਾਂ ਕਿ ਸਰਸੇ ਵਾਲੇ ਦਾ ਜੀ ਉਹਦੇ ਨਾਲ ਟਕਰਾਏ, ਕਿਉਂਕਿ ਉਹ ਹੋ ਸਕਦਾ, ਦੂਜਾ ਕੋਈ ਕੁਝ ਹੋਰ ਹੋ ਸਕਦਾ, ਤੀਜਾ ਕੋਈ ਵੀ ਆਪੋ ਆਪਣੀਆਂ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਨੇ। ਤੇ ਇਹ ਰੂਪ ਜਿਹੜਾ ਤੁਸੀਂ ਕੱਟ ਵੱਢ ਦਾ, ਇਹ ਬਾਕੀ ਤਾਂ ਕਿਤੇ ਨਹੀਂ ਅਪਣਾਇਆ। ਤੁਸੀਂ ਮਾਸ ਸੈਕਸ਼ਨ ਦਾ ਅਪਣਾ ਰਹੇ ਹੋ। ਜੇ ਸਟੇਟ ਡਿਫੰਕਟ ਹੋ ਗਈ ਹੈ ਤੁਹਾਡੇ ਮੁਤਾਬਕ, ਸਟੇਟ ਇਨਸਾਫ ਨਹੀਂ ਦੇ ਰਹੀ, ਫਿਰ ਉਹ ਤਾਂ ਕਿਸੇ ਨੂੰ ਵੀ ਨਹੀਂ ਦੇ ਰਹੀ, ਤਾਂ ਕੀ ਫਿਰ ਉਹਦਾ ਅਲਟਰਨੇਟਿਵ ਇਹ ਹੈ? ਫਿਰ ਤਾਂ ਇੱਕ ਅਲਟਰਨੇਟਿਵ ਇਹੀ ਨਿਕਲਦਾ ਨਾ ਕਿ ਆਪਣਾ ਇਨਸਾਫ ਖੁਦ ਲਵੋ, ਖੁਦ ਲੈ ਕੇ ਇੱਕ ਦੂਜੇ ਦਾ ਜੋ ਵੱਢ ਕੁੱਟ ਕਰਨਾ ਕਰ ਲਓ, ਤੇ ਉਸ ਲੈਵਲ ਦਾ ਕੋਈ ਸਿਸਟਮ, ਜਾਂ ਫਿਰ ਸਿਸਟਮ ਖਰਾਬ ਲੜ ਕੇ ਉਹਨੂੰ ਬਦਲੋ। ਹਾਲਾਂਕਿ ਆਪ ਭਾਵੇਂ ਸਿਸਟਮ ਦੀ ਗੱਲ ਹੀ ਕਰਦੇ ਨੇ, ਬਾਬਾ ਅਮਨ ਸਿੰਘ ਹੁਣੀ ਵੀ ਕਹਿ ਰਹੇ ਨੇ ਕਿ ਅਸੀਂ ਸਿਸਟਮ ਦੇ ਹਿਸਾਬ ਦੇ ਨਾਲ ਹੀ ਚੱਲਣਾ ਹੈ, ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ, ਜੋ ਹਾਈ ਕੋਰਟ ਦੀਆਂ ਨੇ, ਜਾਂ ਰਾਸ਼ਟਰਪਤੀ ਨੂੰ ਜੋ ਸਾਡੀਆਂ ਚਿੱਠੀਆਂ ਹੈਗੀਆਂ ਨੇ, ਕਹਿੰਦੇ ਚਿੱਠੀਆਂ ਲੱਗੀਆਂ ਹੋਈਆਂ ਸੀ, ਅਸੀਂ ਚਿੱਠੀਆਂ ਲੱਗਣ ਦੇ ਹਿਸਾਬ ਦੇ ਨਾਲ ਹੀ ਜਾ ਕੇ ਮੁਲਾਕਾਤ ਕਰਕੇ ਆਏ ਹੈਗੇ ਹਾਂ। ਨਹੀਂ, ਉਹ ਤਾਂ ਹੈ ਹੀ ਹੈ, ਸਿਸਟਮ ਦੇ ਮੁਤਾਬਕ ਹੀ ਚੱਲਦੇ ਨੇ। ਹੁਣ ਵੀ ਸਿਸਟਮ ਨੂੰ ਹੀ, ਪੁਲਿਸ ਨੂੰ ਹੀ ਸਰੈਂਡਰ ਕੀਤਾ ਹੈ। ਹੁਣ ਵੀ ਤਾਂ ਇਹੀ ਕਿਹਾ ਕਿ ਚਲੋ ਜੀ ਅਸੀਂ ਸਾਡੇ ਤੋਂ ਪੁੱਛ ਲਓ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਜੋ ਵੀ ਤਰੀਕਾ ਕਰ ਦਿੰਦੇ ਹਾਂ। ਔਰ ਕੱਲਾ ਇਹਦੇ ਨਾਲ ਤਾਂ ਨਹੀਂ ਗੱਲ ਹੋਣੀ ਨਾ ਵੀ ਇੰਨੇ ਨਾਲ ਸਰ ਨਹੀਂ ਜਾਣਾ ਕਿ ਮੈਂ ਸਰੈਂਡਰ ਕਰਤਾ ਤੇ ਇਹ ਹੈ। ਉਹਦੇ ਪਿੱਛੇ ਤੁਰੰਤ ਵਾਲੀ ਸਡਨ ਪ੍ਰੋਵੋਕੇਸ਼ਨ ਦੀ ਕਹਾਣੀ ਹੁੰਦੀ ਹੈ। ਇੱਕ ਤਾਂ ਕਿ ਇਹਨੇ ਮੈਨੂੰ ਇਹ ਕਿਹਾ, ਮੈਨੂੰ ਗੁੱਸਾ ਆ ਗਿਆ ਤੇ ਮੈਂ ਬੰਦਾ ਮਾਰਤਾ। ਇੱਕ ਹੁੰਦਾ ਡਿਜ਼ਾਈਨ ਹੈ, ਬੰਦਾ ਕਿੱਥੋਂ ਚੱਲਿਆ, ਕਿੱਥੇ ਆਇਆ, ਕਿਵੇਂ ਰਿਹਾ, ਤੇ ਉਸ ਤੋਂ ਬਾਅਦ ਇੱਕ ਸੋਚੀ ਸਮਝੀ ਸਿਸਟਮ ਹੈ। ਉਹਦੇ 'ਚ ਕਿਹੜੀਆਂ ਏਜੰਸੀਆਂ ਤੇ ਕਿਹੜੇ ਲੋਕ ਇਨਵੋਲਵ ਨੇ? ਕੀ ਕੇਂਦਰ ਦੀ ਸਰਕਾਰ ਦਾ ਕੋਈ ਰੋਲ ਹੈ? ਕੀ ਇੱਥੋਂ ਦੀਆਂ ਏਜੰਸੀਆਂ ਦਾ ਕੋਈ ਰੋਲ ਹੈ? ਕੀ ਕੋਈ ਹੋਰ ਇਕੱਲੇ ਕਿਸਾਨ ਵਿਰੋਧੀ ਮੋਰਚੇ ਦਾ ਹੀ ਨਹੀਂ, ਇਕੱਲੇ ਸਿੱਖ ਵਿਰੋਧੀ ਮਾਨਸਿਕਤਾ ਦਾ ਵੀ ਉਹਦੇ 'ਚ ਕੋਈ ਰੋਲ ਹੈ? ਉਹਦੇ 'ਚ ਰੋਲ ਕੀ ਹੈ? ਕਿਹੜੀਆਂ ਚੀਜ਼ਾਂ ਦਾ ਰੋਲ ਹੈ? ਉਹ ਗੱਲ ਤਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਹੁਣ ਤੁਸੀਂ ਕਿਹਦੇ ਤੋਂ ਉਮੀਦ ਕਰਦੇ ਹੋ? ਜੇ ਤੁਹਾਨੂੰ ਇਹ ਉਮੀਦ ਨਹੀਂ ਕਿ ਇੱਥੇ ਤਾਂ ਨਿਆਂ ਹੋ ਹੀ ਨਹੀਂ ਸਕਦਾ, ਰਾਈਟ, ਫਿਰ ਤੁਸੀਂ ਜਾਂਚ ਕੀ ਕਰੋਗੇ? ਕਿਹਦੇ ਤੋਂ ਕਰਾਓਗੇ ਜਾਂਚ? ਕੁਛ ਤਾਂ ਕਿਤੋਂ ਦੇਖਣੇ ਪਊਗੇ ਜਾਂਚ ਕੌਣ ਕਰੇ, ਕੌਣ ਨਹੀਂ ਕਰੇ। ਜਿਹੜੇ ਇਹ ਅੰਦੋਲਨ ਹੈ, ਕਿਸਾਨ ਅੰਦੋਲਨ ਹੈ, ਜਦੋਂ ਉਹਦੇ ਨਾਲ ਜੋੜ ਕੇ ਦੇਖਦੇ, ਇਹ ਅੰਦੋਲਨ ਸੱਤਾ ਪਲਟਣ ਵਾਲਾ ਅੰਦੋਲਨ ਨਹੀਂ ਹੈ, ਇਹ ਪੋਲੀਟੀਕਲ ਉਸ ਟਾਈਪ ਦਾ ਅੰਦੋਲਨ ਨਹੀਂ ਹੈ। ਇਹ ਅੰਦੋਲਨ ਇਸੇ ਸਿਸਟਮ ਦੇ ਵਿੱਚੋਂ ਇਹ ਚਾਹੁੰਦਾ ਹੈ ਕਿ ਮੇਰੀ ਖੇਤੀ ਜਾਂ ਮੇਰੇ ਆਮ ਕਾਨੂੰਨ ਠੀਕ ਹੋਣ। ਠੀਕ ਹੈ, ਉਹਨੂੰ ਤੁਸੀਂ ਚੱਕ ਕੇ ਧੱਕੇ ਨਾਲ ਆਪਣੀ ਖਾਸ ਮੁਤਾਬਕ ਉੱਥੇ ਲਿਜਾਣ ਦੀ ਟਰਾਈ ਕਰਦੇ ਹੋ। ਤੁਸੀਂ ਉਹ ਇਨਕਲਾਬੀ ਜਾਂ ਕੋਈ ਖਾਲਿਸਤਾਨੀ ਜਾਂ ਕੋਈ ਸ਼ਾਂਤਮਈ ਜਾਂ ਕੋਈ ਹਥਿਆਰਬੰਦ ਜਿਹੜਾ ਵੀ ਅੰਦੋਲਨ ਕਰਨਾ ਹੈ, ਤੁਸੀਂ ਆਜ਼ਾਦ ਹੋ, ਆਪਣੇ ਤਰੀਕੇ ਨਾਲ ਕਰ ਸਕਦੇ ਹੋ। ਕੋਈ ਥੋੜੀ ਕਹਿੰਦਾ ਕਿ ਤੁਸੀਂ ਨਾ ਕਰੋ ਜਾਂ ਕੁਛ ਕਰੋ। ਹਾਂ, ਬਾਕੀਆਂ ਨੂੰ ਕਿਸਾਨਾਂ 'ਚੋਂ ਤੁਹਾਡੇ ਨਾਲ ਹਮਾਇਤ ਜਿੰਨਿਆਂ ਨੂੰ ਹੋਏ ਤੁਹਾਡੇ ਨਾਲ ਆ ਜਾਣਗੇ, ਨਹੀਂ ਹੋਊਗੀ ਨਾ ਆਉਣਗੇ। ਇਹ ਸਭ ਤੋਂ ਬੜਾ ਕੁਐਸਚਨ ਹੈ ਕਿ ਅਸੀਂ ਕਰਾਂਗੇ ਵੀ ਤੁਹਾਡੇ ਘਨਾੜੇ ਚੜ੍ਹ ਕੇ, ਕਰਾਂਗੇ ਵੀ ਉਹ ਜੋ ਅਸੀਂ ਚਾਹੁੰਦੇ ਹਾਂ। ਇਹ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਵੀ ਇਸ ਮੌਕੇ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਫੁੱਟ ਪਾਉਣ ਦੀ ਜਾਂ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਗਵਰਨਮੈਂਟ ਆਫ ਇੰਡੀਆ ਤੇ ਕਾਰਪੋਰੇਟ ਸੈਕਟਰ ਦੀ ਸੇਵਾ 'ਚ ਭੁਗਤ ਰਹੀ ਗੱਲ ਹੈ, ਤੇ ਇਹ ਤੋਂ ਬਿਨਾਂ ਕੋਈ ਨਹੀਂ। ਹਾਲਾਂਕਿ ਕਈ ਇਹਦੇ ਸਾਰੇ ਮਾਮਲੇ ਦੇ ਵਿੱਚ ਤਾਂ ਜੇਕਰ ਅਸੀਂ ਆਜ਼ਾਦੀ ਦੀ ਲੜਾਈ ਵੀ ਦੇਖੀਏ ਜੀ, ਆਜ਼ਾਦੀ ਦੀ ਲੜਾਈ ਵੇਲੇ ਕੀ ਰਿਹਾ ਕਿ ਵੱਖ-ਵੱਖ ਸਟਰੀਮਸ ਸੀਗੀਆਂ, ਉਹਦੇ 'ਚ ਹਥਿਆਰਬੰਦ ਬੰਦੇ ਵੀ ਸੀ। ਭਗਤ ਸਿੰਘ ਦਾ ਇੱਕ ਸਟਰੀਮ ਸੀ, ਗਾਂਧੀ ਦਾ ਵੀ ਆਪਣਾ, ਲਾਲਾ ਲਾਜਪਤ ਰਾਏ ਜਾਂ ਬਾਕੀ ਜਿਹੜੇ ਕਾਂਗਰਸ ਦੇ ਬੰਦੇ ਸੀ ਉਹਨਾਂ ਦੀ ਵੀ ਸੀ। ਪਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇਹ ਨਹੀਂ ਕੀਤਾ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ, ਉਹਨਾਂ ਨੇ ਕਿਹਾ ਮਿਸ਼ਨ ਇੱਕ ਹੈ, ਮੈਥਡ ਅਲੱਗ-ਅਲੱਗ ਹੈ। ਜਦੋਂ ਲਾਲਾ ਲਾਜਪਤ ਰਾਏ ਦਾ ਕਤਲ ਹੋ ਜਾਂਦਾ ਹੈ, ਉਦੋਂ ਬਾਅਦ ਕੌਣ ਲੈਂਦਾ? ਉਦੋਂ ਬਾਅਦ ਕਾਂਗਰਸ ਨਹੀਂ ਨਾ ਬਦਲਾ ਲੈਂਦੀ, ਬਦਲਾ ਉਹ ਲੈਂਦਾ ਜਿਹੜਾ ਭਗਤ ਸਿੰਘ ਜਾਊਗਾ, ਕਿਉਂਕਿ ਉਹ ਇਕੱਠੇ ਚੱਲਣ ਦੀ ਗੱਲ ਕਰਦੇ ਨੇ ਕਿ ਅਸੀਂ ਆਜ਼ਾਦੀ ਦੇ ਤੌਰ ਤੇ ਇੱਕ ਦੂਜੇ ਨਾਲ ਇਕੱਠੇ ਆ।
ਇਸ ਪੱਧਰ ਦੇ ਉੱਤੇ। ਫਿਰ ਉਹਨੂੰ ਕਈ ਵਾਰ ਤੁਸੀਂ ਭਗਤ ਸਿੰਘ ਨਾਲ ਜੋੜ ਦਿਓ ਇਹਦੇ। ਭਗਤ ਸਿੰਘ ਤਾਂ ਇੱਕ ਸੱਤਾ ਬਦਲਣ ਦੀ ਲੜਾਈ ਆ, ਉਹ ਸੱਤਾ ਬਦਲਣ ਦੀ ਹਥਿਆਰਬੰਦ ਲੜਾਈ ਦੇ ਵਿੱਚ ਤੁਸੀਂ ਸੱਤਾ ਤੇ ਪਹੁੰਚਣ ਲਈ ਹਰ ਕੁਝ ਕਰਦੇ ਹੋ ਇਸਤੇਮਾਲ। ਇਹ ਸੱਤਾ ਬਦਲਣ ਦੀ ਲੜਾਈ ਦੀ ਨਾ ਜਿਹੜੀ ਆ ਹੋਣਾ, ਇਹ ਤਾਂ ਲੜਾਈ ਵਿਦਨ ਸਿਸਟਮ ਅਜੇ ਉੱਥੇ ਤੱਕ ਹੈ। ਪਰ ਪੋਲੀਟੀਕਲ ਪਾਰਟੀਆਂ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰ ਹੀ ਰਹੀਆਂ ਨੇ, ਸ਼ੁਰੂ ਵੀ ਹੋ ਚੁੱਕਾ ਹੈ। ਲੰਬੇ ਸਮੇਂ ਤੋਂ ਹੀ ਹਰ ਕੋਈ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰਦਾ ਹੈ। ਹਰ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਹੀ ਕਿਸਾਨਾਂ ਦੇ ਰਾਖੇ ਹੈਗੇ ਆ। ਔਰ ਜਿਵੇਂ ਹੁਣ ਇਹ ਵੀ ਘਟਨਾ ਵਾਪਰੀ ਹੈਗੀ ਹੈ, ਇਸ ਦੇ ਵਿੱਚ ਵੀ ਭਾਜਪਾ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ ਤਾਂ ਉਹ ਦਲਿਤ ਐਂਗਲ ਦੇਣਾ ਸ਼ੁਰੂ ਕਰ ਚੁੱਕੇ ਹੈਗੇ ਨੇ। ਵਿਜੇ ਸਾਂਪਲਾ ਉਹਨਾਂ ਦੀ ਜਿਸ ਤਰੀਕੇ ਨਾਲ ਚਿੱਠੀਆਂ ਆਈਆਂ ਕਿ ਜਿਹੜਾ ਭੋਗ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਵੀ ਸਿੱਖ ਮਰਿਆਦਾ ਦੇ ਨਾਲ ਹੀ ਹੋਵੇ। ਫਿਰ ਬਸਪਾ ਵਾਲੇ ਕਹਿ ਰਹੇ ਨੇ ਕਿ 50 ਲੱਖ ਰੁਪਇਆ ਮੁਆਵਜ਼ਾ ਜਿਹੜਾ ਹੈਗਾ ਉਹ ਚੰਨੀ ਸਰਕਾਰ ਜਾ ਕੇ ਦੇਵੇ, ਕਿਉਂਕਿ ਲਖੀਮਪੁਰ ਖੀਰੀ ਦੇ ਵਿੱਚ ਵੀ ਜਾ ਕੇ ਕਹਿੰਦੇ ਤੁਸੀਂ ਮੁਆਵਜ਼ਾ ਦਿੱਤਾ ਸੀਗਾ। ਅੱਜ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ। ਸੁਨੀਲ ਜਾਖੜ ਟਵੀਟ ਕਰ ਰਹੇ ਨੇ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ ਅਮਨ ਸਿੰਘ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਤਸਵੀਰ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ। ਤਾਂ ਸਿਆਸੀ ਲਾਹਾ ਤਾਂ ਪੋਲੀਟੀਕਲ ਪਾਰਟੀਆਂ ਵੀ ਲੈ ਰਹੀਆਂ ਨੇ। ਨਹੀਂ, ਪੋਲੀਟੀਕਲ ਪਾਰਟੀਆਂ ਤਾਂ ਲੈਣਗੇ, ਕਿਉਂਕਿ ਪੋਲੀਟੀਕਲ ਪਾਰਟੀ ਦਾ ਤਾਂ ਇੱਕੋ ਇੱਕ ਨਿਸ਼ਾਨਾ ਹੈ 22 ਦੀ ਸੱਤਾ ਹਾਸਲ ਕਰਨਾ ਸਾਡੇ ਪੰਜਾਬ ਲਈ, ਤਾਂ ਕਿ ਸੱਤਾ ਕਿਵੇਂ ਹਾਸਲ ਕੀਤੀ ਜਾਏ। ਇਸੇ ਕਰਕੇ ਕਿਉਂਕਿ ਕਿਸਾਨ ਅੰਦੋਲਨ ਜਿਹੜੀ ਹਿੰਦੂਤਵ ਦੀ ਸਿਆਸਤ ਹੈ ਉਹਨੂੰ ਸਭ ਤੋਂ ਵੱਡਾ ਜੇਕਰ ਚੁਣੌਤੀ ਦੇ ਪਿਛਲੇ 7 ਸਾਲਾਂ 'ਚ ਕੋਈ ਧਿਰ ਆਈ ਹੈ ਉਹ ਕਿਸਾਨ ਅੰਦੋਲਨ ਹੈ, ਜਿਹਨੇ ਸੱਦਾ ਦਿੱਤਾ, ਸਲੋਗਨ ਦਿੱਤਾ ਯੂਪੀ ਦੀ ਉਸ ਜ਼ਮੀਨ ਤੇ ਮੁਜ਼ੱਫਰਨਗਰ ਦੀ ਖੜ ਕੇ ਜਿੱਥੇ ਹਿੰਦੂਤਵ ਦੇ ਕਰਕੇ ਬੀਜੇਪੀ ਸੱਤਾ 'ਚ ਪਹੁੰਚੀ ਆ 2 ਵਾਰੀ ਹੋ ਗਿਆ ਕਿ ਇਹ ਤੋੜਨਗੇ ਅਸੀਂ ਜੋੜਾਂਗੇ। ਇਹ ਸਭ ਤੋਂ ਬੜਾ ਚੈਲੰਜ ਹੈ ਬੀਜੇਪੀ ਨੂੰ ਮਿਸ਼ਨ 22 ਦਾ। ਤਾਂ ਉਹ ਤਾਂ ਚਾਹੂਗੀ ਕਿ ਅੰਦੋਲਨ ਦਾ ਇਹ ਅੰਦੋਲਨ 'ਚ ਫੁੱਟ ਪਏ ਤੇ ਅੰਦੋਲਨ ਖਰਾਬ ਹੋ ਜੇ, ਤਾਂ ਕਿ ਸਾਡਾ ਢਾਂਚਾ ਕੱਲ੍ਹ ਹੀ ਬੀਜੇਪੀ ਦਾ ਹੀ ਉਹ ਮੇਘਾਲਿਆ ਦਾ ਗਵਰਨਰ ਜਿਹੜਾ ਪਹਿਲਾਂ ਵੀ ਬੋਲਿਆ ਕਈ ਵਾਰ ਸਤਪਾਲ ਮਲਿਕ, ਉਹ ਕਹਿੰਦਾ ਬੀਜੇਪੀ ਦਾ ਜਿੱਤਣ ਦਾ ਸਵਾਲ ਹੀ ਨਹੀਂ ਜੇ ਕਿਸਾਨਾਂ ਨਾਲ ਐਡਾ ਹੀ ਪੰਗਾ ਰਿਹਾ ਜੇ ਇਹਨਾਂ ਦੀ ਮਾਮਲਾ ਹੱਲ ਨਹੀਂ ਕਰਦੇ। ਕਿਉਂਕਿ ਉਹ ਕਹਿੰਦਾ ਮੈਂ ਮੇਰਠ ਇਲਾਕੇ ਦਾ ਕਿੰਨੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਲੀਡਰ ਬਣ ਨਹੀਂ ਸਕਦਾ ਕਿਸੇ ਵੀ ਰੂਪ ਦੇ ਵਿੱਚ। ਬੀਜੇਪੀ ਦੇ ਅੰਦਰੂਨੀ ਕਿੰਨੇ ਬੰਦੇ ਕਹਿ ਚੁੱਕੇ ਨੇ, ਚਾਹੇ ਉਹਨੂੰ ਨੈਸ਼ਨਲ ਕੌਂਸਲ ਚੋਂ ਕੱਢਤਾ, ਚਾਹੇ ਉਹ ਚੌਧਰੀ ਬਰਿੰਦਰ ਸਿੰਘ ਸੀ, ਚਾਹੇ ਉਹ ਵਰਨ ਗਾਂਧੀ ਸੀ, ਚਾਹੇ ਉਹ ਮੇਨਕਾ ਗਾਂਧੀ ਸੀ, ਚਾਹੇ ਉਹ ਰਾਓ ਜਿਹੜਾ ਇੰਦਰਜੀਤ ਸਿੰਘ ਸੀ, ਜਿੰਨੇ ਵੀ ਬੰਦੇ ਨੇ ਉਹ ਸਾਰੇ ਕੱਢਤੇ ਨੇ ਉਸ ਮੇਨ ਸਟ੍ਰੀਮ ਉਹਦੇ ਚੋਂ। ਔਰ ਉਹ ਤਾਂ ਚਾਹਣਗੇ ਤੇ ਸਾਡੇ ਵਾਲੇ ਵੀ, ਪਰ ਦਿਲੋਂ ਰੀਅਲ ਸੈਂਸ ਆਪਾਂ ਦੇਖਦੇ ਹੀ ਹਾਂ ਇੱਕ ਵੀ ਪਾਰਟੀ ਜਿਹੜੀ ਸੱਤਾ ਚਾਉਣਾ ਚਾਹੁੰਦੀ ਹੈ ਉਹ ਨਹੀਂ ਚਾਹੁੰਦੀ ਕਿ ਅੰਦੋਲਨ ਸਫਲ ਹੋਵੇ। ਉਹਨੂੰ ਲੱਗਦਾ ਕਿ ਜੇ ਅੰਦੋਲਨ ਇਹਦੇ ਇਹ ਰੂਪ ਸਫਲ ਹੋਣ ਲੱਗ ਗਏ ਤਾਂ ਡੈਮੋਕ੍ਰੇਸੀ ਦੀ ਪਰਿਭਾਸ਼ਾ ਬਦਲ ਜਾਣੀ ਹੈ। ਕੱਲ੍ਹ ਨੂੰ ਸਾਡੇ ਹਾਰ ਪਾਉਣ ਨਹੀਂ ਆਉਣਾ। ਇਹ ਅੰਦੋਲਨ ਨੇ ਫਾਇਦਾ ਕੀ ਬਦਲਿਆ ਕੀ ਹੈ? ਇਹ ਅੰਦੋਲਨ ਨੇ ਇਹ ਬਦਲਿਆ ਕਿ ਲੋਕਾਂ ਨੂੰ ਹਾਰ ਦੀ ਲਾਈਨ 'ਚ ਖੜੇ ਕਰਨ ਦੀ ਬਜਾਏ ਲੋਕਾਂ ਨੂੰ ਸਵਾਲਾਂ ਦੀ ਲਾਈਨ 'ਚ ਖੜੇ ਕੀਤਾ। ਉਹ ਹੋ ਵੀ ਰਿਹਾ ਸਰ, ਹੁਣ ਉਹ ਸਵਾਲ ਕਰਦੇ ਨੇ ਕਿ ਤੂੰ ਦੱਸ ਮੇਰੇ ਲਈ ਕੀ ਕਰੇਗਾ ਤੂੰ। ਇਹੀ ਜਮਹੂਰੀਅਤ ਅਸਲ ਦੇ ਵਿੱਚ ਹੁੰਦੀ ਹੈ। ਇਹ ਸਾਰਾ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੇ, ਚਾਹੇ ਨਸ਼ੇ ਦੇ ਮਾਮਲੇ ਨੇ, ਘਰ ਘਰ ਰੁਜ਼ਗਾਰ ਦੇ ਮਾਮਲੇ ਨੇ, ਜਿਹੜੇ ਮੁੱਦੇ ਨੇ ਇਹ ਮੁੱਦੇ ਇਸ ਕਰਕੇ ਨਹੀਂ ਹੱਲ ਹੋ ਰਹੇ ਕਿਉਂਕਿ ਚਾਪਲੂਸ ਸੱਭਿਆਚਾਰ ਪੈਦਾ ਹੋ ਗਿਆ। ਮੇਰਾ ਆਗੂ ਆਇਆ, ਮੈਂ ਚਾਹ ਪਾਣੀ ਕਰਨਾ, ਦੂਜੇ ਨੂੰ ਵੀ ਸਵਾਲ ਤੋਂ ਵੱਧ ਕਰ ਦਿਓ। ਜੇਕਰ ਇਹ ਸਵਾਲ ਵਾਲੀ ਜਿਹੜੀ ਝੜੀ ਹੈ ਲੋਕਾਂ ਦੀ ਲੀਡਰਾਂ ਦੀ ਲੋਕਾਂ ਪ੍ਰਤੀ ਜਵਾਬਦੇਹੀ ਹੈ ਜਾਂ ਅਫਸਰਾਂ ਦੀ ਲੋਕਾਂ ਪ੍ਰਤੀ ਜਵਾਬਦੇਹੀ ਹੈ, ਮਾਹੌਲ ਸਿਰਜਿਆ ਜਾਂਦਾ ਤਾਂ ਸ਼ਾਇਦ ਇੰਨੇ ਤੱਕ ਗਿਰਾਵਟ 'ਚ ਨਹੀਂ ਸੀ ਜਾਂਦਾ, ਨਾ ਪੰਜਾਬ ਨਾ ਕੋਈ ਹੋਰ ਮਸਲੇ ਇੰਨੇ ਉਲਝਣੇ ਨਹੀਂ ਸੀ। ਹਮੀਰ ਜੀ, ਹੁਣ ਕਿਵੇਂ ਦੇਖਦੇ ਹੋ ਸਥਿਤੀ ਅੱਜ ਦੀ? ਤੁਹਾਨੂੰ ਕੀ ਨਜ਼ਰ ਆ ਰਹੀ ਹੈਗੀ ਹੈ? ਕਿਸਾਨੀ ਅੰਦੋਲਨ ਹੁਣ ਕਿੱਥੇ ਖੜਾ ਜਾਪ ਰਿਹਾ ਹੈਗਾ? ਕਿਉਂਕਿ ਬਹੁਤ ਸਾਰਾ ਡਰ, ਬਹੁਤ ਸਾਰਾ ਭੈ ਵਾਲਾ ਮਾਹੌਲ ਵੀ ਬਣਾ ਦਿੱਤਾ ਹੈਗਾ। ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਵੀ ਹੁਣ ਹੋ ਰਹੀਆਂ ਨੇ। 27 ਤਰੀਕ ਨੂੰ ਨਿਹੰਗ ਜਥੇਬੰਦੀਆਂ ਨੇ ਫੈਸਲਾ ਲੈਣਾ ਹੈਗਾ। ਤੁਹਾਨੂੰ ਇਸ ਸਭ ਦੇ ਵਿਚਕਾਰ ਕੀ ਸਥਿਤੀ ਨਜ਼ਰ ਆਉਂਦੀ ਹੈ ਔਰ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਆਗੂਆਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਕੀ ਸੋਚ ਵਿਚਾਰ ਕਰਕੇ ਉਹਨਾਂ ਨੂੰ ਇਸ ਅੰਦੋਲਨ ਦੇ ਵਿੱਚ ਮਜ਼ਬੂਤੀ ਲੈ ਕੇ ਆਉਣੀ ਚਾਹੀਦੀ ਹੈ? ਮੈਨੂੰ ਲੱਗਦਾ ਕਿ ਅੰਦੋਲਨ ਦਾ ਨਾ ਆਪਣੇ ਜਿਹੜੀਆਂ ਸਫਲਤਾਵਾਂ ਨੇ ਹੁਣ ਤੱਕ ਜਿੰਨੀਆਂ ਚੁਣੌਤੀਆਂ ਆਈਆਂ ਉਹਨੂੰ ਸਰ ਕੀਤਾ ਉਹਦੇ 'ਚ 2-3 ਗੱਲਾਂ ਨੇ। ਇੱਕ ਤਾਂ ਇਹ ਗੱਲ ਠੀਕ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅੰਦੋਲਨ ਦਾ ਆਕਾਰ ਤੇ ਇਹਦਾ ਕੱਦ ਐਡਾ ਵੱਡਾ ਹੈ ਕਿ ਸਾਡੇ ਲੀਡਰਾਂ ਦਾ ਤੇ ਜਥੇਬੰਦੀਆਂ ਦਾ ਸਾਈਜ਼ ਐਡੇ ਉੱਡਾ ਨਹੀਂ ਹੈ। ਬਿਲਕੁਲ ਇਹ ਠੀਕ ਗੱਲ ਹੈ। ਬਹੁਤ ਸਾਰੇ ਉਹ ਲੋਕ ਨੇ ਜਿਹੜੇ ਜਥੇਬੰਦੀਆਂ 'ਚ ਨਹੀਂ ਵੀ ਹੈ, ਉਹ ਵੀ ਅੰਦੋਲਨ ਨਾਲ ਦਿਲੋਂ ਜੁੜੇ ਨੇ। ਜੇ ਉਹ ਅੱਜ ਸਿੰਘੂ ਨਹੀਂ ਵੀ ਬੈਠੇ, ਤੁਸੀਂ ਦੇਖੋ ਜਦੋਂ ਵੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆਉਂਦਾ ਜੀ, ਹਜ਼ਾਰਾਂ ਸੈਂਕੜੇ ਜਗ੍ਹਾ ਤੇ ਕਿੰਨੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ। ਜੇ ਲੋਕ ਉਹ ਵੀ ਸੀਜ਼ਨ ਦੇ ਟਾਈਮ ਕੱਲ ਵੀ ਵਧੀਆ ਹੁੰਗਾਰਾ ਮਿਲਿਆ, ਕੱਲ ਵੀ ਵਧੀਆ ਹੁੰਗਾਰਾ ਮਿਲਿਆ ਤੇ ਸੀਜ਼ਨ ਹੈ ਨਾਲੇ ਝੋਨੇ ਦੀ ਕਟਾਈ ਹੋ ਰਹੀ ਹੈ, ਬਾਕੀ ਚੀਜ਼ਾਂ ਹੋ ਰਹੀਆਂ ਨੇ, ਮੀਂਹ ਪੈ ਰਿਹਾ ਸੀ, ਬੜਾ ਕੁਛ ਸੀ। ਇਹਦਾ ਮਤਲਬ ਇਹ ਹੈ ਕਿ ਲੋਕ ਕਿਸੇ ਵੀ ਕੀਮਤ ਤੇ ਇਹਨੂੰ ਹੋਂਦ ਦੀ ਲੜਾਈ ਮੰਨ ਰਹੇ ਨੇ, ਇਹਨੂੰ ਹਾਰਨਾ ਨਹੀਂ ਚਾਹੁੰਦੇ। ਬਿਲਕੁਲ। ਦੂਜੀ ਗੱਲ, ਇਸ ਅੰਦੋਲਨ ਦੀ ਪੈਰ ਇਸ ਕਰਕੇ ਲੱਗੇ ਨੇ ਕਿ ਲੋਕਾਂ ਦੀ ਇਹ ਭਾਵਨਾ ਹੈ ਜਿਹੜਾ ਉਹਨਾਂ 'ਚੋਂ ਟੁੱਟਣਾ ਵੀ ਚਾਹੁੰਦਾ ਹੈ। ਉਹ 32 ਜਥੇਬੰਦੀਆਂ ਪਹਿਲਾਂ ਪੰਜਾਬ ਵਾਲੀਆਂ ਇਕੱਠੀਆਂ, ਫਿਰ 40-50 ਦੂਜੀਆਂ ਜਿਹੜੀਆਂ ਦੇਸ਼ ਵਾਲੀਆਂ ਇਕੱਠੀਆਂ, ਉਹਨਾਂ 'ਚੋਂ ਕੋਈ ਟੁੱਟਣ ਦੀ ਹਿੰਮਤ ਨਹੀਂ ਕਰ ਸਕਦਾ। ਜਿਹੜਾ ਟੁੱਟਣ ਦੀ ਹਿੰਮਤ ਕਰਦਾ ਲੋਕਾਂ ਕੋਲ ਉਹੀ ਜਵਾਬਦੇਹੀ ਉਹਦੇ ਕੋਲ ਹੈ। ਉਹਨੂੰ ਪਤਾ ਹੈ ਕਿ ਮੇਰਾ ਕੱਖ ਨਹੀਂ ਰਹਿਣਾ, ਮੇਰੇ ਨਾਲ ਲੋਕ ਨਹੀਂ ਰਹਿਣੇ। ਇਹ ਪ੍ਰੈਸ਼ਰ ਹੈ, ਇਹਨੂੰ ਹੀ ਡੈਮੋਕ੍ਰੇਸੀ ਕਹਿੰਦੇ ਨੇ।
ਕੋਈ ਇੱਕ ਲੀਡਰ ਐਡਾ ਮਜ਼ਬੂਤ ਨਹੀਂ ਹੋਇਆ ਕਿ ਉਹ ਅੰਦੋਲਨ ਗੱਲਬਾਤ ਕਰਕੇ ਵੇਚ ਜੇ। ਇਹ ਅੰਦੋਲਨ ਦੀ ਸਫਲਤਾ ਹੈ ਬਹੁਤ ਵੱਡੀ, ਮਲਟੀਪਲ ਲੀਡਰਸ਼ਿਪ ਹੈ, ਸਾਰੇ ਬੈਠ ਕੇ ਕਾਮਨ ਫੈਸਲਾ ਕਰਦੇ ਨੇ। ਇਸੇ ਅੰਦੋਲਨ ਨੂੰ ਨੇ ਸਾਰੇ ਪ੍ਰਚਾਰਾਂ ਦਾ ਮੁਕਾਬਲਾ ਕੀਤਾ ਅੱਜ ਤੱਕ। ਨੈਸ਼ਨਲ ਮੀਡੀਆ ਦਾ ਬੜਾ ਵੱਡਾ ਹਿੱਸਾ, ਸੋ ਕਾਲਡ ਦਿੱਲੀ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਕਹਿੰਦੇ ਆ, ਗੋਦੀ ਮੀਡੀਆ, ਉਹਨੇ ਤਾਂ ਪ੍ਰਚਾਰ ਸ਼ੁਰੂ ਤੋਂ ਹੀ ਅੰਦੋਲਨ ਦੇ ਖਿਲਾਫ ਕੀਤਾ। ਛੋਟੀ ਜਿਹੀ ਘਟਨਾ ਆਈ ਉਹਨੂੰ ਚੱਕ ਕੇ ਐਡਾ ਕਰਤਾ, ਬਾਕੀ ਕਿਤੇ ਖਬਰ ਬਣੀ ਹੈ, ਜਿਹੜਾ ਵੱਡੀਆਂ ਵੱਡੀਆਂ ਗੱਲਾਂ ਨੇ। ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਆ ਸਾਰੇ ਇਲਜ਼ਾਮ ਲਾਏ ਇਹਨੂੰ ਤੋੜਨ ਦੇ ਲਈ, ਉਹ ਵੀ ਨਹੀਂ ਹੋਇਆ। ਤੇ ਫਿਰ 26 ਜਨਵਰੀ ਦੀ ਜਿਹੜੀ ਇੱਕ ਸਾਜ਼ਿਸ਼ ਹੈ, ਉਹ ਸਭ ਤੋਂ ਬੜਾ ਝਟਕਾ ਸੀ ਅੰਦੋਲਨ ਨੂੰ। ਜੇ ਲੱਗਦਾ ਉਹਦੇ ਚੋਂ ਵੀ ਸੰਭਲ ਆਇਆ ਅੰਦੋਲਨ ਕਿਸੇ ਨਾ ਕਿਸੇ ਰੂਪ 'ਚ, ਕਿਉਂਕਿ ਇਹ ਅੰਦੋਲਨ ਨੇ ਨਵਾਂ ਇਤਿਹਾਸ ਸਿਰਜਿਆ। ਅੰਦੋਲਨ ਨੇ ਪਿੰਡਾਂ ਦਾ ਭਾਈਚਾਰਾ ਬਣਾਇਆ, ਅੰਦੋਲਨ ਨੇ ਹਰਿਆਣੇ ਤੇ ਪੰਜਾਬ ਦੀ ਗਲਬੱਕੜੀ ਪਾਈ ਹੈ, ਅੰਦੋਲਨ ਨੇ ਦੁਨੀਆ ਪੱਧਰ ਦੇ ਉੱਤੇ ਲੋਕਾਂ ਨੂੰ ਇੱਕ ਉਮੀਦ ਦਿੱਤੀ ਹੈ। ਇਸ ਕਰਕੇ ਝਟਕੇ ਲੱਗੇ ਨੇ, ਇਹਦੇ ਨਾਲ ਵੀ ਲੱਗੇ ਆ ਕੁਛ, ਪਰ ਅੰਦੋਲਨ ਮੁੜ ਕੇ ਦੁਬਾਰਾ ਤੁਸੀਂ ਦੇਖੋ। ਔਰ ਇਹ ਲਖੀਮਪੁਰ ਵਾਲੀ ਤਾਜ਼ਾ ਘਟਨਾ ਨੇ ਵੀ ਇੱਕ ਪਾਸੇ ਅੰਦੋਲਨ 'ਚ ਜਾਨ ਪਾ ਦਿੱਤੀ ਜਾਨ ਸੀ। ਪਾਈ, ਹਰ ਘਟਨਾ ਨੇ ਜਾਨ ਹੈ। ਉਹ ਕਰਦੇ ਨੇ ਡਿਮੋਰਲਾਈਜ਼ ਕਰਨ ਲਈ, ਡਰਾਉਣ ਲਈ। ਉਹਨਾਂ ਦੀ ਘਟਨਾ ਹਮੇਸ਼ਾ ਡਰਾਉਣ ਲਈ ਹੁੰਦੀ ਹੈ, ਪਰ ਅੰਦੋਲਨ ਉਦੋਂ ਮਜ਼ਬੂਤ ਹੋ ਕੇ ਨਿਕਲਦਾ। ਉਹ ਵੀ ਉਹ ਇਹੀ ਕਹਿ ਰਿਹਾ ਸੀ ਜਿਹੜਾ ਅਜੇ ਮਿਸ਼ਰਾ, ਜੇ ਤੁਸੀਂ 25 ਸਤੰਬਰ ਦੀ ਉਹਦੀ ਵੀਡੀਓ ਸੁਣਦੇ ਹੋ, ਉਹੀ ਕਹਿੰਦਾ 2 ਮਿੰਟ ਨਹੀਂ ਠਹਿਰਨਾ, ਮੇਰਾ ਪਿਛੋਕੜ ਨਹੀਂ ਪਤਾ, ਮੈਂ ਪਿਛੋਕੜ ਜਦੋਂ MLA ਮੰਤਰੀ ਨਹੀਂ ਸੀ ਕੀ ਸੀ। ਤੇ ਲੋਕਾਂ ਨੇ ਕਿਹਾ ਵੀ ਸਾਨੂੰ ਪਤਾ ਤੇਰਾ ਤੋਂ ਗੁੰਡਾ ਬਦਮਾਸ਼ ਸੀ ਜਿਹੜੇ ਵੀ ਸਮਗਲਿੰਗ ਕੀਤੀ, ਪਰ ਲੋਕ ਉਦੋਂ ਜ਼ਿਆਦਾ ਸੰਖਿਆ 'ਚ ਗਏ। ਡਿਪਟੀ CM ਦਾ ਹੈਲੀਕਾਪਟਰ ਨਹੀਂ ਉੱਪਰਨ ਦਿੱਤਾ। ਇਸੇ ਤੋਂ ਲੜੀ ਜੋੜੀ ਜਾ ਰਹੀ ਹੈ ਕਿ ਇਹੀ ਸ਼ਾਇਦ ਤੰਗੀ ਸੀ ਜਿਹਦੇ 'ਚੋਂ ਆ ਕੇ ਉਹਨੇ ਸਬਕ ਸਿਖਾਉਣ ਲਈ ਕਿਸਾਨਾਂ ਤੇ ਗੱਡੀ ਚਾੜੀ ਕਿ ਉਹ ਡਰ ਜਾਣ। ਪਰ ਪਤਾ ਇਹ ਲੱਗਿਆ ਕਿ ਉਹ ਆਪਦਾ ਬੋਰੀ ਬਿਸਤਰਾ ਲੈ ਕੇ ਪਿੰਡ 'ਚੋਂ ਜ਼ਰੂਰ ਚਲਾ ਗਿਆ। ਕਿਸਾਨ ਅੰਦੋਲਨ ਅਜੇ ਵੀ ਉਸ ਲੈਵਲ ਤੇ ਬਰਕਰਾਰ। ਸਾਰੀਆਂ ਕੋਸ਼ਿਸ਼ਾਂ ਭਾਵੇਂ ਇਹਨਾਂ ਦੀਆਂ ਫੇਲ ਹੋਈਆਂ ਹੋਣ, ਸਾਰੀਆਂ ਨੈਗੇਟਿਵ ਇਹਨਾਂ ਦੇ ਪਾਸੇ ਰਹੀਆਂ ਹੋਣ, ਪਰ ਜਿਹੜੀ ਆਹ ਘਟਨਾ ਹੋਈ ਹੈ ਲਖੀਮਪੁਰ ਤੋਂ ਬਾਅਦ, ਜਿਹੜੀ ਸਿੰਘੂ ਬਾਰਡਰ ਦੇ ਉੱਤੇ ਨਿਹੰਗ ਸਿੰਘਾਂ ਵਾਲੀ ਘਟਨਾ ਵਾਪਰੀ ਹੈਗੀ ਹੈ, ਇਹ ਤੁਹਾਨੂੰ ਕੀ ਲੱਗਦਾ ਸਰ, ਇਸ ਦੇ ਨਾਲ ਕੀ ਹੋਊਗਾ? ਕਿ ਇਹ ਵੀ ਇੱਕ ਪਾਸੇ ਕਲੀਅਰ ਹੁੰਦੀ ਹੋਈ ਚੀਜ਼ ਨਜ਼ਰ ਆਊਗੀ, ਜਾਂ ਥੋੜਾ ਤੁਹਾਨੂੰ ਲੱਗਦਾ ਇਸ ਦੇ ਨਾਲ ਸੋਚ ਵਿਚਾਰ ਕੇ ਕਿਸਾਨ ਜਥੇਬੰਦੀਆਂ ਨੂੰ ਵੀ ਫੈਸਲਾ ਲੈਣਾ ਚਾਹੀਦਾ ਔਰ ਲੋਕਾਂ ਨੂੰ ਵੀ ਇਸ ਦੇ ਉੱਤੇ ਸੋਚ ਵਿਚਾਰ ਕੇ ਕੁਝ ਕਮੈਂਟ ਕਰਨਾ ਚਾਹੀਦਾ? ਇਹਦੇ ਤੇ ਮੈਨੂੰ ਲੱਗਦਾ ਕਿ ਕਈ ਵਾਰ ਵਿੱਚ ਕਿਸਾਨ ਜਥੇਬੰਦੀਆਂ ਵੀ ਸੁਸਤ ਹੋ ਜਾਂਦੀਆਂ ਨੇ ਵਿੱਚ ਦੀ। ਇਹੋ ਜਿਹਾ ਝਟਕਾ ਜਿਹੜਾ ਉਹਨਾਂ ਨੂੰ ਚੁਸਤ ਕਰਦਾ, ਦੁਬਾਰਾ ਲੋਕਾਂ ਕੋਲ ਜਾਣ ਦਾ, ਆਪਣਾ ਸਟੈਂਡ ਲੈਣ ਦਾ, ਆਪਣੀਆਂ ਮੀਟਿੰਗਾਂ ਕਰਨ ਲਈ ਪ੍ਰੇਰਿਤ ਕਰਦਾ, ਤਾਂ ਉਹ ਫਿਰ ਵਾਪਸ। ਇਹ ਤਾਂ ਹੁਣੀ ਘੱਟੋ ਘੱਟ 1 ਦਿਨ ਬਾਅਦ ਹੀ ਵਰਤਾਂਤ ਬਦਲਦਾ ਦਿਖਾਈ ਦੇ ਰਿਹਾ ਇਹਨਾਂ ਫੋਟੋਆਂ ਦੇ ਨਾਲ, ਮਤਲਬ ਐਡੀ ਕੋਈ ਗੱਲ ਨਹੀਂ ਹੈ। ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੇ ਸੀਜ਼ਨ ਤੋਂ ਬਾਅਦ ਅੰਦੋਲਨ ਹੋਰ ਵਧੂਗਾ, ਘਟਣ ਦੇ ਅਸਾਰ ਨਹੀਂ ਹੈ। ਕਿਉਂਕਿ ਇਹ ਅੰਦੋਲਨ ਹੁਣ ਇਕੱਲੇ 3 ਕਾਨੂੰਨ ਉਹਦਾ ਸਵਾਲ ਨਹੀਂ, ਜਦੋਂ ਹੋਂਦ ਦਾ ਅੰਦੋਲਨ ਬਣ ਜਾਂਦਾ, ਲੋਕ ਲੰਮੀ ਲੜਾਈ ਲੜਨ ਲਈ ਮਾਨਸਿਕ ਤੌਰ ਤੇ ਤਿਆਰ ਹੁੰਦੇ ਨੇ, ਤਾਂ ਉਸ ਅੰਦੋਲਨ ਨੂੰ ਐਡੇ ਹਲਕੇ 'ਚ ਲਿਆ ਨਹੀਂ ਜਾ ਸਕਦਾ। ਸ਼ਾਇਦ ਇਸੇ ਕਰਕੇ BJP ਦੇ ਅੱਜ 1 ਦਰਜਨ ਦੇ ਕਰੀਬ ਆਗੂ ਜਿਹੜੇ MP MLA ਰਾਜਪਾਲ ਨੇ, ਉਹ ਬੋਲਣ ਲੱਗੇ ਨੇ। ਆਉਣ ਵਾਲੇ ਦਿਨਾਂ 'ਚ BJP 'ਚ ਫੁੱਟ ਪੈਣ ਦੀ ਸੰਭਾਵਨਾ ਹੈ, ਕਿਉਂਕਿ ਅੰਦਰ ਵੀ ਤਾਂ ਲੋਕ ਸੋਚਦੇ ਹੀ ਹੋਣਗੇ ਜਿਹੜੇ ਲੋਕਾਂ 'ਚ ਜਾਣਾ ਹੈ ਵੀ ਆਪਾਂ ਸਿਆਸਤ ਕਰਨੀ ਹੈ। ਲੋਕ ਐਡੇ ਵੱਡੇ ਪੱਧਰ ਤੇ ਖਿਲਾਫ ਹੋ ਰਹੇ ਨੇ। ਅਨਲਿਮਟਿਡ ਸਮੇਂ ਲਈ ਕੋਈ ਤਾਨਾਸ਼ਾਹੀ ਕਰ ਜੇ, ਇਹ ਸੰਭਵ ਨਹੀਂ ਹੁੰਦਾ ਕਦੇ ਵੀ। ਔਰ ਮੈਨੂੰ ਲੱਗਦਾ ਕਿ ਇਹ ਉਮੀਦ ਅੰਦੋਲਨ ਨੇ ਦਿੱਤੀ ਹੈ, ਤੇ ਆਹ ਜਿਹੜੀਆਂ ਘਟਨਾਵਾਂ ਵਾਪਰ ਵੀ ਰਹੀਆਂ ਨੇ ਸਾਰੀਆਂ ਇੱਧਰ ਉੱਧਰ ਹੁੰਦੀਆਂ ਰਹਿਣਗੀਆਂ। ਔਰ ਤੁਸੀਂ ਦੇਖੋ ਕਿ ਪਹਿਲਾਂ ਅੰਦੋਲਨ ਨੇ ਕੀ ਕੀਤਾ, ਇਦੋਂ ਪਹਿਲਾਂ ਇਹ ਕੀਤਾ ਵੀ 26 ਜਨਵਰੀ ਹੋ ਗਈ। ਉਹ ਕਹਿੰਦੇ ਜੀ ਇਹ ਤਾਂ ਸਾਡੇ, ਕੁਝ ਜਥੇਬੰਦੀਆਂ ਨੇ ਕਿਹਾ ਇਹ ਤਾਂ ਸਾਡੇ ਕਰਕੇ ਆ ਇਕੱਠ, ਉਹ ਵਾਪਸ ਚਲੀਆਂ ਗਈਆਂ। ਉਹਨਾਂ ਨੇ ਕਹਿੰਦਾ ਜਿਹਨੇ ਜਾਣਾ ਜਾਓ ਤੇ ਅੰਦੋਲਨ ਚੱਲਦਾ। ਫਿਰ ਕਹਿੰਦਾ ਜੀ ਆਹ ਨੌਜਵਾਨ ਆਗੂ ਨੇ ਤਾਂ ਇਹਨਾਂ ਕਰਕੇ ਹੈ, ਉਹ ਵੀ ਚਲੇ ਗਏ। ਫਿਰ ਕਹਿੰਦੇ ਆ ਕਲਾਕਾਰਾਂ ਕਰਕੇ 4 ਕਰਕੇ ਇਕੱਠ ਹੁੰਦਾ। ਬਿਨਾਂ ਸ਼ੱਕ ਸਭ ਦਾ ਕੰਟਰੀਬਿਊਸ਼ਨ ਹੈ, ਜੇ ਸਾਰੇ ਜਾਓ ਤਾਂ ਹੋਰ ਮਜ਼ਬੂਤੀ ਆਉਂਦੀ ਹੈ। ਪਰ ਬੁਨਿਆਦ ਤੁਸੀਂ ਹੋ, ਧੁਰਾ ਤੁਸੀਂ ਹੋ, ਇਹ ਗਲਤਫਹਿਮੀ ਦੂਰ ਕਰਨ ਦੀ ਲੋੜ ਹੈ। ਅੰਦੋਲਨ ਦਾ ਧੁਰਾ ਉਹ ਬੀਬੀਆਂ, ਮਾਈਆਂ, ਬਜ਼ੁਰਗ ਤੇ ਨੌਜਵਾਨ ਉਹ ਨੇ ਜਿਹੜੇ 11 ਮਹੀਨਿਆਂ ਤੋਂ ਸਭ ਕੁਝ ਛੱਡ ਕੇ ਸੈਕਰੀਫਾਈਸ ਕਰਕੇ ਬੈਠੇ ਨੇ। ਔਰ ਇਸ ਦੇ ਨਾਲ ਤੁਸੀਂ ਆਲੇ ਦਾਲੇ ਵਾਲੇ ਬੰਦੇ ਹੋ, ਆਲੇ ਦਾਲੇ ਵਾਲੇ ਸਪੋਰਟ ਕਰੋਗੇ ਤਾਂ ਚੰਗਾ, ਸ਼ਾਇਦ ਜਲਦੀ ਹੋ ਜੇ। ਨਹੀਂ ਸਪੋਰਟ ਕਰੋਗੇ ਤਾਂ ਉਹ ਤਾਂ ਕਹਿ ਕੇ ਆ ਰਹੇ ਨੇ ਕਿ ਅਸੀਂ ਤਾਂ ਉੱਥੇ 750 ਕੁਰਬਾਨੀ ਹੋ ਚੁੱਕੀ ਹੈ। ਥੋੜੀ ਗੱਲ ਨਹੀਂ ਹੈ। ਤੇ ਕਿਸੇ ਦੇ 1 ਹੋ ਜੇ 2 ਹੋ ਜੇ ਤਾਂ ਪਤਾ ਲੱਗ ਜਾਂਦਾ ਕਿ ਮਾਹੌਲ ਕੀ ਬਣਦਾ। ਤੇ ਇਸ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਦਾ ਜਿਹੜਾ ਬੋਝ ਲੈ ਕੇ ਬੰਦੇ ਵਾਪਸ ਐਵੇਂ ਹੀ ਉੱਠੇ ਆਉਣਗੇ, ਇਹ ਸੰਭਾਵਨਾ ਘੱਟ ਲੱਗਦੀ ਹੈ। ਔਰ ਇਸ ਦੇ ਨਾਲ ਜੋ BSF ਵਾਲਾ ਵੀ ਫਰਮਾਨ ਜਾਰੀ ਹੋਇਆ, ਹੱਦਾਂ ਜਿਹੜੀਆਂ ਹੈਗੀਆਂ ਉਹ 15 ਤੋਂ 50 ਕਰ ਦਿੱਤੀਆਂ, ਉਹਦੀ ਵੀ ਜਿਵੇਂ ਚਰਚਾ ਚੱਲ ਰਹੀ ਸੀ। ਔਰ ਉਸ ਤੋਂ ਬਾਅਦ ਫਿਰ ਇਹ ਸਿੰਘੂ ਘਟਨਾ ਹੋ ਗਈ। ਇਹ ਵੀ ਓਵਰਲੈਪ ਕਰਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ। ਤੇ BJP ਤਾਂ ਲਗਾਤਾਰ ਆਪਦਾ ਕਰ ਰਹੀ ਹੈ। BJP ਨੇ ਤਾਂ ਸ਼ੁਰੂ ਤੋਂ ਲੈ ਕੇ 370 ਧਾਰਾ ਖਤਮ ਕਰਨ ਤੋਂ ਲੈ ਕੇ ਵੱਖ-ਵੱਖ ਤਰੀਕਿਆਂ ਦੇ, ਉਹਨਾਂ ਨੇ ਤਾਂ ਮਨੁੱਖੀ ਅਧਿਕਾਰਾਂ ਦੀ ਪਰਿਭਾਸ਼ਾ ਬਦਲਦਾ ਜਾ ਰਿਹਾ। ਪ੍ਰਧਾਨ ਮੰਤਰੀ ਤੇ ਉਦੋਂ ਸੁਪਰੀਮ ਕੋਰਟ ਦਾ ਜਿਹੜਾ ਸਾਬਕਾ ਜੱਜ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਬਣਿਆ, ਉਹ ਕਹਿੰਦੇ ਜੀ ਪਹਿਲਾਂ ਦੇਖੋ ਅਸੀਂ ਰੋਜੀ ਰੋਟੀ ਦੇ ਰਹੇ ਹਾਂ, ਇਹ ਹੋਰੇ ਗੱਲਾਂ ਕਰ ਰਹੇ ਨੇ, ਇਹਨਾਂ ਦਾ ਤਾਂ ਕੋਈ ਮਤਲਬ ਨਹੀਂ, ਮੈਂ ਗੈਸ ਦੇ ਰਿਹਾ, ਮੈਂ ਫਲਾਣਾ, ਤਾਂ ਕਿ ਬਾਕੀ ਹਿਊਮਨ ਰਾਈਟਸ ਦੀ ਗੱਲ ਕਰਨੀ ਬੰਦ ਕਰ ਦਿਓ। ਲਖੀਮਪੁਰ ਤੇ ਅੱਜ ਤੱਕ ਪ੍ਰਧਾਨ ਮੰਤਰੀ ਤੇ ਦੇਸ਼ ਦਾ ਹੋਮ ਮਿਨਿਸਟਰ ਨੇ ਜ਼ੁਬਾਨ ਨਹੀਂ ਖੋਲ੍ਹੀ।
ਉਹ ਤਾਂ ਵਿੱਤ ਮੰਤਰੀ ਨੂੰ ਅਮਰੀਕਾ ਜਾਣਾ ਪਿਆ, ਉੱਥੇ ਸਵਾਲ 'ਚ ਉਹਨੂੰ ਮਜਬੂਰੀ ਬਸ, ਕਿਉਂਕਿ ਦੂਜੇ ਦੇਸ਼ ਦਾ ਪੱਤਰਕਾਰ ਸਵਾਲ ਕਰਦਾ ਤੁਹਾਨੂੰ ਕਹਿਣਾ ਪਿਆ ਕਿ ਅਸੀਂ ਨਿੰਦਾ ਕਰਦੇ ਹਾਂ ਲਖੀਮਪੁਰ ਦੀ, ਕੋਈ ਗੱਲ ਨਹੀਂ ਉਹ ਮਾਮਲਾ। ਉਹਦੀ ਢੀਠਤਾਈ ਦੇ ਲੈਵਲ ਤੁਸੀਂ ਦੇਖ ਸਕਦੇ ਹੋ ਕਿ ਐਡੀਆਂ ਵੱਡੀਆਂ ਘਟਨਾਵਾਂ ਹੋਣ ਤਾਂ ਉਸ ਤਾਕਤ ਨਾਲ ਟੱਕਰ ਹੈ ਤੁਹਾਡੀ, ਇਹ ਛੋਟੀ ਤਾਕਤ ਨਹੀਂ ਹੈ। ਉਹਨੂੰ ਚੈਲੰਜ ਅੰਦੋਲਨ ਨਹੀਂ ਕੀਤਾ ਔਰ ਕੱਲ੍ਹ ਨੂੰ ਇਕੱਲੇ ਅੰਦੋਲਨ ਨੂੰ ਤੁਸੀਂ ਕਮਜ਼ੋਰ ਕਰਕੇ ਆਪਣੀ ਲੜਾਈ ਲੜਦੇ ਰਹੋ। ਮੰਨ ਲਓ ਆ ਤੁਹਾਡੇ 'ਚ BSF ਦਾ ਆ ਗਿਆ, ਕਿਹੜਾ ਅੰਦੋਲਨ ਤੁਸੀਂ ਛੇੜ ਲਿਆ ਜੀ ਇਸ ਤੋਂ ਬਾਅਦ? ਕਿਹੜੀ ਪੋਲੀਟੀਕਲ ਪਾਰਟੀ ਨੇ ਛੇੜ ਲਿਆ? ਕਿਹੜੀ ਸਰਕਾਰ ਨੇ ਕੀ ਵਿਗਾੜ ਲਿਆ? ਤੇ ਜੇ ਇੱਕ ਅੰਦੋਲਨ ਚੱਲਦਾ ਵੱਡਾ ਮਜ਼ਬੂਤ ਹੋ ਜੇ ਤਾਂ ਇਹ ਚੀਜ਼ਾਂ ਵੀ ਨਾਲ ਨਾਲ ਹੱਲ ਹੋਣਗੀਆਂ, ਕਿਉਂਕਿ ਇਹ ਅੰਦੋਲਨ ਦੋ ਗੱਲਾਂ ਕਰ ਰਿਹਾ। ਇੱਕ ਇਹ ਕਰ ਰਿਹਾ ਕਿ ਕਾਰਪੋਰੇਟ ਵਿਕਾਸ ਦਾ ਮਾਡਲ ਹੈ, ਅਸੀਂ ਇਹਦੇ ਖਿਲਾਫ ਲੜ ਰਹੇ ਹਾਂ, ਇਹਨੂੰ ਚੁਣੌਤੀ ਦਿੱਤੇ ਬਿਨਾਂ ਭਲਾ ਨਹੀਂ ਦੇਸ਼ ਦਾ ਹੋ ਸਕਦਾ। ਦੂਜਾ ਇਹ ਹੈ ਕਿ ਇਹ ਗੈਰ ਸੰਵਿਧਾਨਕ ਆਰਡਰ ਹੈ, ਖੇਤੀ ਸਟੇਟ ਸਬਜੈਕਟ ਹੈ, ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ। ਅਸੀਂ ਫੈਡਰਲਿਜ਼ਮ ਦੀ ਲੜਾਈ ਲੜ ਰਹੇ ਹਾਂ, ਤਾਂ BSF ਵੀ ਫੈਡਰਲਿਜ਼ਮ 'ਚ ਆਉਂਦਾ ਤੇ ਬਾਕੀ ਦੇ ਮੁੱਦੇ ਵੀ ਤਾਂ ਫੈਡਰਲਿਜ਼ਮ 'ਚ ਹੀ ਆਉਂਦੇ ਨੇ। ਅੰਦੋਲਨ ਤੁਹਾਡੀ ਲੜਾਈ ਆਲਰੇਡੀ ਲੜ ਰਿਹਾ ਹੈ, ਤਾਂ ਤੁਸੀਂ ਉਹਦੀ ਸਪੋਰਟ ਕਿਉਂ ਨਹੀਂ ਕਰਦੇ? ਤੁਹਾਨੂੰ ਉਹਦੀ ਸਪੋਰਟ 'ਚ ਆਉਣਾ ਚਾਹੀਦਾ ਉਸ ਪੱਧਰ ਦੇ ਉੱਤੇ, ਔਰ ਜਿੰਨੀ ਸਪੋਰਟ ਉਹ ਵਧੇਗੀ ਉਨਾ ਹੀ ਜ਼ਿਆਦਾ ਮੇਰੇ ਖਿਆਲ ਹੈ ਜਲਦੀ ਸਰਕਾਰਾਂ ਨੂੰ ਸਮੱਤ ਇਸ ਲੈਵਲ ਦੀ ਆਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਆਖਿਰ ਦੇ ਵਿੱਚ ਲੋਕ ਕੀ ਇੰਟਰਸੈਪਸ਼ਨ ਕਰਨ, ਲੋਕਾਂ ਨੂੰ ਕੀ ਸਨੇਹਾ ਤੁਹਾਡਾ ਵੀ, ਤੁਹਾਡੇ ਜ਼ਰੀਏ ਵੀ ਕੀ ਸੋਚ ਰਹੇ ਨੇ ਇਸ ਵੇਲੇ, ਜੋ ਵੱਖੋ-ਵੱਖ ਗਰੁੱਪਸ ਬਣ ਚੁੱਕੇ ਹੈਗੇ ਨੇ। ਇੱਕ ਪਾਸੇ ਹਿੰਦੂ ਸਿੱਖ ਵੀ ਅਸੀਂ ਦੇਖ ਰਹੇ ਹੈਗੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਉਹੋ ਜਿਹੀਆਂ ਬਿਆਨਬਾਜ਼ੀਆਂ ਵੀ ਆ ਰਹੀਆਂ ਨੇ, ਆਪਣੇ ਤੌਰ ਦੇ ਉੱਤੇ ਉਹ ਚੀਜ਼ਾਂ ਨੂੰ ਸੋਚ ਰਹੇ ਨੇ, ਉਹਨਾਂ ਨੂੰ ਕੀ ਸਨੇਹਾ ਤੁਹਾਡਾ ਹੈਗਾ? ਨਹੀਂ, ਮੈਨੂੰ ਤਾਂ ਇਹੀ ਲੱਗਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੱਤ ਹੈ ਸਰਬੱਤ ਦੇ ਭਲੇ ਦਾ, ਜਾਂ ਮਾਨਸਿਕੀ ਜਾਤ ਸਭ ਏਕ ਪਹਿਚਾਨਬੋ ਦਾ ਜਿਹੜਾ ਇੱਕ ਕਨਸੈਪਟ ਹੈ, ਸਭ ਤੋਂ ਖੂਬਸੂਰਤ ਕਨਸੈਪਟ ਤਾਂ ਇਹੀ ਹੈ। ਬਾਕੀ ਪਛਾਣਾ ਉਦੋਂ ਬਾਅਦ ਦੀਆਂ ਪਛਾਣਾਂ ਨੇ। ਇਨਸਾਨੀਅਤ ਸਭ ਤੋਂ ਬੜਾ ਕੁਐਸਚਨ ਹੈ ਜੇਕਰ ਤੁਸੀਂ ਉਸ ਲੈਵਲ ਤੇ ਹੁੰਦੇ ਹੋ, ਔਰ ਇਸੇ ਲਈ ਜਿਹੜੇ ਹਿਊਮਨ ਰਾਈਟਸ ਦਾ ਕੁਐਸਚਨ ਹੈ ਸਾਡੇ ਕੋਲ ਤਾਂ ਐਡੀ ਵੱਡੀ ਵਿਰਾਸਤ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਸਵਾਲ ਹੈ, ਔਰ ਉਹ ਸਹਿਮਤ ਵੀ ਨਹੀਂ ਹੈ ਦੂਜੇ ਦੇ, ਮਤਲਬ ਜਿਹਦੇ ਲਈ ਉਹ ਕੁਰਬਾਨੀ ਕਰਨ ਜਾ ਰਹੇ ਨੇ ਉਹਦੇ ਨਾਲ ਸਿਧਾਂਤਕ ਤੌਰ ਤੇ ਸਹਿਮਤ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾ ਕਰਤਾ ਸੀ, ਤੇ ਉਹ ਜਨੇਊ ਦਾ ਵੀ ਵਿੱਚ ਰਾਖੀ ਦੇ ਵਾਸਤੇ ਤੇ ਜਾ ਕੇ ਕੁਰਬਾਨੀ ਉਹ ਕਹਿੰਦੇ ਜ਼ਬਰਦਸਤੀ ਨਹੀਂ ਹੈ। ਇੱਕ ਐਡਾ ਵੱਡਾ ਦਾਇਰਾ ਹੈ ਪਰਿਭਾਸ਼ਾ ਦਾ, ਮਤਲਬ ਸਿੱਖ ਫਿਲਾਸਫੀ ਕੋਲ ਤਾਂ ਜਿਹੜੇ ਭਾਈ ਕਨਈਆ ਦਾ ਸਾਡੇ ਕੋਲ ਸਵਾਲ ਹੈ ਕਿ ਉਹ ਦੁਸ਼ਮਣ ਵੀ ਹੈ, ਚਾਹੇ ਅਗਲਾ ਕਹਿੰਦਾ ਫਿਰ ਠੀਕ ਹੋ ਕੇ ਦੁਬਾਰਾ ਮਾਰੂਗਾ, ਤੇ ਗੁਰੂ ਨੇ ਉਹਨੂੰ ਕਿਹਾ ਕਿ ਤੂੰ ਮੱਲਮ ਵੀ ਦੇਤੀ ਤੈਨੂੰ ਨਾਲ ਤੂੰ ਕਰ। ਅਸੀਂ ਗੁਰੂ ਦੇ ਸਿਧਾਂਤ ਤੇ ਚੱਲਣਾ ਜਾਂ ਆਪਣੀ ਛੋਟੀ ਸੋਚ ਦੇ ਮੁਤਾਬਕ ਉਹ ਵਿਖੰਡਿਤ ਕਰ ਦੇਣਾ, ਉਹਨੂੰ ਵੰਡ ਕੇ ਚੱਲਣਾ। ਇਸ ਲਈ ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਪੰਜਾਬ ਦੀ ਧਰਤੀ ਤੋਂ ਗੁਰੂ ਦਾ ਉਹ ਜਿਹੜਾ ਸੰਦੇਸ਼ ਬੋਲਦਾ ਇਨਸਾਨੀਅਤ ਦਾ, ਉਸ ਦੇ ਮੁਤਾਬਕ ਹੀ ਚੱਲਣ ਦਾ ਸਵਾਲ ਹੈ। ਹਰ ਤਰ੍ਹਾਂ ਦੀ ਫੁੱਟ ਦੇ ਮੁਕਾਬਲੇ ਹਾਂ ਵਿਚਾਰ ਆਪੋ ਆਪਣੇ ਹੋ ਸਕਦੇ ਨੇ। ਵਿਚਾਰਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਇਹ ਕਿਹਾ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਛੁਣੀਏ ਕੁਛ ਕਹੀਏ। ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰਕੇ ਉਹਨੂੰ ਠੀਕ ਕੀਤਾ ਜਾ ਸਕਦਾ। ਵਿਚਾਰ ਜ਼ਰੂਰੀ ਨਹੀਂ ਕਿ ਕਿਸਾਨ ਅੰਦੋਲਨ ਦੇ ਸਾਰੇ ਆਗੂ ਆਪਣੇ ਆਪ ਹੀ ਠੀਕ ਨੇ, ਕਿਸਾਨ ਘੋਲ ਹਰੇਕ ਹੀ ਠੀਕ ਹੈ, ਉਹ 'ਚ ਵੀ ਕਮਜ਼ੋਰੀਆਂ ਨੇ, ਉਹਦੇ 'ਚ ਵੀ ਬਖਰੇਵੇਂ ਨੇ, ਪਰ ਬਖਰੇਵਿਆਂ ਨੂੰ ਹੱਲ ਕਰਨ ਦਾ ਤਰੀਕਾ ਤੋਹਮਤਬਾਜ਼ੀ ਨਹੀਂ ਹੁੰਦੀ। ਬਖਰੇਵਿਆਂ ਨੂੰ ਹੱਲ ਕਰਨ ਦਾ ਤਰੀਕਾ ਸਲੀਕੇ ਨਾਲ ਬੈਠ ਕੇ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰਨਾ ਹੁੰਦਾ, ਕਿਉਂਕਿ ਸਭ ਦਾ ਸਾਂਝਾ ਮਾਮਲਾ ਹੋਣਾ ਚਾਹੀਦਾ। ਜੇ ਸਾਂਝਾ ਇਹ ਨਾ ਬਣਿਆ ਉਸ ਪੱਧਰ ਦੇ ਉੱਤੇ, ਤਾਂ ਜਿਹੜਾ ਤਾਨਾਸ਼ਾਹੀ ਟਾਈਪ ਦਾ ਤਾਕਤਾਂ ਦਾ ਕੇਂਦਰੀਕਰਨ ਦਾ ਰੂਪ ਹੈ, ਪੰਜਾਬੀਆਂ ਨੂੰ ਹੋਰ ਜ਼ਿਆਦਾ ਜ਼ਖਮ ਦੇਵੇਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਹੁਤ ਬਹੁਤ ਧੰਨਵਾਦ ਹਮੀਰ ਸਿੰਘ ਜੀ। ਤਾਂ ਹਮੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ, ਜੋ ਇਸ ਵੇਲੇ ਪੰਜਾਬ ਦੇ ਵਿੱਚ ਸਥਿਤੀਆਂ ਬਣੀਆਂ ਹੋਈਆਂ ਨੇ, ਜੋ ਤਮਾਮ ਮੁੱਦੇ ਨੇ ਜਿਸ ਦੇ ਉੱਤੇ ਇਸ ਵੇਲੇ ਲੋਕ ਆਪਸ ਦੇ ਵਿੱਚ ਵਿਚਾਰ ਚਰਚਾ ਤਾਂ ਘੱਟ ਕਰਦੇ ਹੋਏ ਔਰ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਜ਼ਿਆਦਾ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਆਸ ਕਰਦੇ ਹਾਂ ਕਿ ਇਸ ਵਿਚਾਰ ਚਰਚਾ ਦੇ ਵਿੱਚੋਂ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਕੁਝ ਜ਼ਰੂਰ ਸਮਝ ਆਈਆਂ ਹੋਣਗੀਆਂ, ਔਰ ਸਭ ਨੂੰ ਇੱਕ ਸੁਨੇਹਾ ਜੋ ਦਿੱਤਾ ਗਿਆ ਉਹ ਵੀ ਜ਼ਰੂਰ ਇਸ ਤੋਂ ਪ੍ਰਾਪਤ ਹੋਇਆ ਹੋਊਗਾ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।